डॉक्टर दलीप कौर टिवाणा दा कहानी संग्रह है तेरा कमरा मेरा कमरा। कहानी है नशा। बड़ी लम्मी सी फिल्म। पाशी ਉਹਦੀ पत्नी बोली। मैं ਤਾਂ सिर्फ पहला पार्ट ही वेख सकिया, बाकी ਦੇ 2 ਹਿੱਸੇ ਤਾਂ ਆਪਾਂ ਨੂੰ ਦਿਸੇ ਹੀ ਨਹੀਂ। ਅਮਰ ਉਹਦਾ ਪਤੀ ਦੂਜਾ ਪੈਗ ਪਾਉਂਦਿਆਂ ਬੋਲਿਆ। ਕਿਉਂ, ਉੱਥੇ ਤਾਂ ਬੈਠੇ ਸੀ ਤੁਸੀਂ। ਨਾਂ ਨਹੀਂ ਮੈਨੂੰ ਜਚਿਆ। ਮੇਰਾ ਨਾਮ ਜੋਕਰ ਭਲਾ ਕਿਵੇਂ ਸੀ? ਤੂੰ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੀ ਨਾ। ਬਾਕੀ 2 ਹਿੱਸੇ ਤੁਹਾਨੂੰ ਕਿਉਂ ਨਹੀਂ ਦਿਸੇ? ਸੌਂ ਗਏ ਸੀ? ਨਹੀਂ, ਮੈਂ ਕਿਧਰੇ ਦੂਰ ਚਲਾ ਗਿਆ ਸੀ। ਕਈ ਵਾਰੀ ਇਸ ਗੱਲੋਂ ਵੀ ਮੈਂ ਗੁਨਾਹਗਾਰ ਮਹਿਸੂਸ ਕਰਦਾ ਕਿ ਤੂੰ ਜੋ ਜ਼ਿੰਦਗੀ 'ਚ ਮੇਰੇ ਸਭ ਨਾਲੋਂ ਨੇੜੇ ਹੈ, ਤੇਰੇ ਕੋਲੋਂ ਵੀ ਕੁਝ ਗੱਲਾਂ ਦੀ ਚੋਰੀ ਰੱਖਦਾ। ਪਰ ਅੱਜ ਤੁਸੀਂ ਇੰਨੀ ਪੀ ਕਿਉਂ ਜਾਂਦੇ ਹੋ? ਕੀ ਹੋਇਆ ਤੁਹਾਨੂੰ? ਪਾਸ਼ੀ ਉਹਦੇ ਹੱਥੋਂ ਬੋਤਲ ਫੜਦੀ ਬੋਲੀ। ਉਹ ਵੀ ਸ਼ਰਾਬ ਪੀਣ ਤੇ ਗੁੱਸੇ ਹੁੰਦੇ ਸੀ। ਕੌਣ? ਪਾਸ਼ੀ ਦੀ ਗੱਲ ਨਾ ਸੁਣਦਾ ਹੋਇਆ ਅਮਰ ਬੋਲਿਆ। ਉਹਦੇ ਹੱਥ ਬੜੇ ਖੂਬਸੂਰਤ ਸਨ ਤੇ ਪੈਰ ਵੀ। ਕਿਹਦੀ ਗੱਲ ਕਰਦੇ ਹੋ? ਕਿਧਰੇ ਬਹੁਤੀ ਤਾਂ ਨਹੀਂ ਪੀ ਗਏ? ਨਹੀਂ, ਮੈਂ ਬਿਲਕੁਲ ਨਸ਼ੇ 'ਚ ਨਹੀਂ। ਤੂੰ ਕੰਮ ਫੇਰ ਕਰ ਲਈ, ਮੇਰੇ ਕੋਲ ਬੈਠ ਜਾ। ਤੂੰ ਮੇਰੇ ਕੋਲ ਰਿਹਾ ਕਰ। ਕੱਲਾ ਮੈਂ ਬਹੁਤ ਘਬਰਾ ਜਾਨਾ। ਕੱਲੇ ਬੈਠਿਆਂ ਮੇਰਾ ਰੋਣ ਨੂੰ ਮਨ ਕਰ ਆਉਂਦਾ। ਲਓ ਆ ਗਈ, ਦੱਸੋ। ਪਾਸ਼ੀ ਕੁਰਸੀ ਤੇ ਬੈਠਦੀ ਬੋਲੀ। ਕੀ ਦੱਸਾਂ ਉਸ ਬਾਰੇ? ਮੈਂ ਕਦੇ ਕਿਸੇ ਨੂੰ ਕੁਝ ਨਹੀਂ ਦੱਸਿਆ। ਰਿਸ਼ਤਾ ਕੋਈ ਤਗਮਾ ਨਹੀਂ ਹੁੰਦਾ, ਨਾ ਚਾਂਦੀ ਦਾ, ਨਾ ਪਿੱਤਲ ਦਾ, ਨਾ ਸੋਨੇ ਦਾ। ਅੱਜ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਕੀ ਹੋ ਗਿਆ ਤੁਹਾਨੂੰ? ਪਾਸ਼ੀ ਤੂੰ ਨਹੀਂ ਜਾਣਦੀ ਮੈਂ ਵਿੱਚੋਂ ਕਿੱਡਾ ਦੁਖੀ ਹਾਂ। ਕਦੇ ਕਦੇ ਤਾਂ ਸੋਚਦਾ ਕੀ ਫਾਇਦਾ ਇਹੋ ਜਿਹੇ ਜਿਉਣ ਦਾ। ਪਰ ਉਹ ਹੈ ਕੌਣ? ਅੱਜ ਤੁਹਾਨੂੰ ਉਹਦੀ ਯਾਦ ਕਿਵੇਂ ਆ ਗਈ? ਯਾਦ ਤਾਂ ਮੈਨੂੰ ਹਮੇਸ਼ਾ ਰਹਿੰਦੀ ਹੈ। ਮੈਂ ਉਹਨੂੰ ਨਹੀਂ ਭੁੱਲ ਸਕਦਾ। ਪਰਮਾਤਮਾ ਦੀ ਕਸਮ, ਮੈਂ ਉਹਨੂੰ ਨਹੀਂ ਭੁੱਲ ਸਕਦਾ। ਪਾਸ਼ੀ ਤੁਹਾਨੂੰ ਆਖਦਾ ਕੌਣ ਹੈ ਉਹਨੂੰ ਭੁੱਲ ਜਾਓ। ਪਾਸ਼ੀ ਹੱਸ ਕੇ ਬੋਲੀ। ਮੈਂ ਬੜਾ ਭੈੜਾ ਬੰਦਾ ਪਾਸ਼ੀ। ਤੈਨੂੰ ਮੇਰੇ ਨਾਲ ਵਿਆਹ ਨਹੀਂ ਸੀ ਕਰਨਾ ਚਾਹੀਦਾ। ਮੈਂ ਤੈਨੂੰ ਧੋਖਾ ਦਿੱਤਾ ਹੈ। ਤੇਰੇ ਨਾਲ ਸਿਰਫ ਇਸ ਲਈ ਵਿਆਹ ਕੀਤਾ ਕਿ ਤੂੰ ਮੇਰੀ ਰੋਟੀ ਪਕਾਇਆ ਕਰੇਂਗੀ, ਘਰ ਸਾਫ਼ ਕਰਿਆ ਕਰੇਂਗੀ, ਕੱਪੜੇ ਧੋਇਆ ਕਰੇਂਗੀ। ਤੁਹਾਡੀ ਉਹ ਨਹੀਂ ਸੀ ਇਹ ਕੰਮ ਕਰ ਸਕਦੀ। ਨਹੀਂ, ਉਹਦੇ ਹੱਥ ਏਡੇ ਸੋਹਣੇ ਸਨ ਕਿ ਉਹਨਾਂ ਨਾਲ ਰੋਟੀ ਨਹੀਂ ਪਕਾਈ ਜਾ ਸਕਦੀ, ਘਰ ਨਹੀਂ ਸਾਫ਼ ਕੀਤਾ ਜਾ ਸਕਦਾ, ਕੱਪੜੇ ਨਹੀਂ ਧੋਤੇ ਜਾ ਸਕਦੇ। ਨਾਲੇ ਮੈਂ ਕੌਣ ਹੁੰਦਾ ਉਹ ਤੋਂ ਕੰਮ ਕਰਵਾਉਣ ਵਾਲਾ? ਉਹਨਾਂ ਹੱਥਾਂ ਨਾਲ ਤਾਂ ਉਹ ਜਿਹੜੀਆਂ ਤਸਵੀਰਾਂ ਬਣਾਉਂਦੀ ਹੈ, ਹਜ਼ਾਰਾਂ ਰੁਪਏ ਉਹਨਾਂ ਦਾ ਮੁੱਲ ਪੈਂਦਾ। ਹਜ਼ਾਰਾਂ ਲੋਕ ਉਹਨਾਂ ਨੂੰ ਵੇਖਣ ਆਉਂਦੇ ਨੇ। ਇੱਕ ਵਾਰੀ ਤਾਂ ਉਹਦੀਆਂ ਤਸਵੀਰਾਂ ਦੀ ਨੁਮਾਇਸ਼ ਪ੍ਰਧਾਨ ਮੰਤਰੀ ਵੀ ਦੇਖਣ ਆਇਆ ਸੀ। ਪਰ ਜਿੱਥੇ ਪਿਆਰ ਹੋਵੇ ਤਾਂ ਲੋਕ ਜਾਨ ਤੱਕ ਵਾਰ ਦਿੰਦੇ ਨੇ। ਕੰਮ ਦਾ ਕੀ ਹੈ? ਪਿਆਰ ਪਿਊਰ ਨੂੰ ਉਹ ਕੀ ਸਮਝਦੀ ਹੈ? ਉਹ ਬੜੀ ਤਕੜੀ ਔਰਤ ਹੈ। ਛੱਡੋ ਅਜਿਹੀ ਔਰਤ ਦੀ ਗੱਲ। ਫਿਰ ਉਹ ਔਰਤ ਹੀ ਕਾਹਦੀ ਹੈ? ਮੈਂ ਤੁਹਾਨੂੰ ਇੱਕੋ ਵਾਰੀ ਦੇਖਿਆ ਸੀ, ਫਿਰ 4 ਸਾਲ ਉਡੀਕਿਆ ਵੀ ਜੇ ਵਿਆਹ ਕਰਨਾ ਹੈ ਤਾਂ ਉਸ ਬੰਦੇ ਨਾਲ। ਤੂੰ ਤਾਂ ਕਮਲੀ ਹੈ। ਅਸਲ 'ਚ ਹੈ ਹੀ ਮੇਰੇ ਵਿੱਚ ਕੀ? ਮੈਂ ਤਾਂ ਬੜਾ ਆਮ ਜਿਹਾ ਬੰਦਾ। ਅਸਲ 'ਚ ਉਹ ਕਿਸੇ ਨੂੰ ਕੁਝ ਵੀ ਨਹੀਂ ਸਮਝਦੀ। ਬੜੀ ਆਕੜ ਵਾਲੀ ਔਰਤ ਹੈ। ਫਿਰ ਵੀ ਨਾ ਜਾਣੇ ਲੋਕ ਕਿਉਂ ਉਹਦੀ ਪਰਵਾਹ ਕਰਦੇ ਨੇ। ਮੈਂ ਵੀ ਪਤਾ ਨਹੀਂ ਕਿਉਂ ਉਹਦੀ ਪਰਵਾਹ ਕਰਦਾ। ਵਿੰਗੇ ਟੇਢੇ 4 ਬੁਰਸ਼ ਮਾਰ ਲੈਣੇ ਕੋਈ ਵੱਡੀ ਗੱਲ ਹੈ? ਲੋਕ ਤਾਂ ਉਹਨੂੰ ਚੁੱਕਣ ਲੱਗਦੇ ਨੇ, ਉਂਝ ਹੀ ਸਿਰ ਤੇ ਚੁੱਕ ਲੈਂਦੇ ਨੇ। ਉਹੋ ਜਿਹੇ ਵੀ ਹੋਰ ਆਰਟਿਸਟ ਫਿਰਦੇ ਨੇ। ਅਸਲ 'ਚ ਉਹਦੀਆਂ ਤਸਵੀਰਾਂ ਵਿੱਚ ਨਹੀਂ, ਉਹਦੇ ਆਪਣੇ ਵਿੱਚ ਕੁਝ ਅਜਿਹਾ ਹੈ ਜੋ ਲੋਕਾਂ ਨੂੰ ਪਾਗਲ ਬਣਾ ਦਿੰਦਾ ਹੈ। ਮੈਂ ਸੱਚ ਆਖਦਾ ਪਾਸ਼ੀ, ਉਹ ਕਿਸੇ ਵੀ ਭਲੇ ਬੰਦੇ ਨੂੰ ਪਾਗਲ ਕਰ ਸਕਦੀ ਹੈ। ਸ਼ੁਕਰ ਹੈ ਤੁਸੀਂ ਤੇ ਬਚ ਗਏ, ਨਹੀਂ ਤੇ ਮੈਂ ਕੀ ਕਰਦੀ। ਬਸ ਕਰੋ ਬੋਤਲ ਤਾਂ ਪੀ ਹਟਿਓ। ਅੱਜ ਨਾ ਰੋਕ। ਮੈਂ ਬਹੁਤ ਪੀਣਾ ਚਾਹੁੰਦਾ। ਪੀ ਕੇ ਸਭ ਕੁਝ ਭੁੱਲ ਜਾਣਾ ਚਾਹੁੰਦਾ। ਤੂੰ ਆਪਣਾ ਹੱਥ ਮੈਨੂੰ ਫੜਾ ਦੇ ਪਾਸ਼ੀ। ਮੇਰੇ ਦਿਲ ਨੂੰ ਕੁਝ ਹੋ ਰਿਹਾ। ਅਸਲ 'ਚ ਮੈਂ ਉਹਨੂੰ ਬਹੁਤ ਮੁਹੱਬਤ ਕਰਦਾ। ਨਹੀਂ, ਤੁਸੀਂ ਝੂਠ ਬੋਲਦੇ ਹੋ। ਤੁਸੀਂ ਨਸ਼ੇ 'ਚ ਹੋ। ਨਹੀਂ, ਮੈਂ ਬਿਲਕੁਲ ਨਸ਼ੇ 'ਚ ਨਹੀਂ। ਮੈਂ ਸੱਚ ਆਖਦਾ। ਫਿਰ ਮੇਰੇ ਨਾਲ ਵਿਆਹ ਹੀ ਕਿਉਂ ਕੀਤਾ ਸੀ? ਇਹੀ ਗੱਲ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤੇਰੇ ਨਾਲ ਵਿਆਹ ਕਿਉਂ ਕੀਤਾ। ਤੁਸੀਂ ਸਭ ਕੁਝ ਜਾਣਬੁੱਝ ਕੇ ਕੀਤਾ ਸੀ। ਹਾਂ, ਸਭ ਕੁਝ ਮੈਂ ਜਾਣਬੁੱਝ ਕੇ ਕੀਤਾ ਸੀ। ਚਲੋ ਛੱਡੋ, ਹੁਣ ਤਾਂ ਹੋ ਗਿਆ ਜੋ ਹੋਣਾ ਸੀ। ਨਹੀਂ, ਹੁਣ ਮੈਂ ਮਹਿਸੂਸ ਕਰਦਾ ਮੈਂ ਉਹਨੂੰ ਭੁੱਲ ਨਹੀਂ ਸਕਦਾ। ਮੈਂ ਉਸ ਤੋਂ ਦੂਰ ਨਹੀਂ ਰਹਿ ਸਕਦਾ। ਮੈਂ ਸਾਰੀ ਦੁਨੀਆ ਨੂੰ ਛੱਡ ਸਕਦਾ ਪਰ ਉਹਨੂੰ ਨਹੀਂ ਛੱਡ ਸਕਦਾ। ਫਿਰ ਮੈਨੂੰ ਛੱਡ ਦਿਓ। ਪਾਸ਼ੀ ਖਿੱਚ ਕੇ ਬੋਲੀ। ਪਾਸ਼ੀ ਤੂੰ ਤਾਂ ਮੇਰੇ ਨਾਲ ਨਾਰਾਜ਼ ਨਾ ਹੋ। ਐਡੀ ਨੇੜੇ ਹੋ ਕੇ ਵੀ ਤੂੰ ਮੇਰਾ ਦੁੱਖ ਨਹੀਂ ਸਮਝਦੀ। ਤੇਰੇ ਬਗੈਰ ਮੈਂ ਜੀਵਾਂਗਾ ਕਿਸ ਤਰ੍ਹਾਂ? ਤੂੰ ਤਾਂ ਜਾਣਦੀ ਹੈ ਮੈਂ ਤੈਨੂੰ ਕਿੰਨਾ ਚਾਹੁੰਦਾ। ਤੂੰ ਹੱਸਦੀ ਕਿਉਂ ਹੈ? ਮੈਂ ਸੱਚ ਆਖਦਾ। ਇੱਕ ਵਾਰੀ ਉਹਨੇ ਮੇਰੀ ਤਸਵੀਰ ਬਣਾਈ, ਬੜੀ ਸੋਹਣੀ ਤਸਵੀਰ।
ਮੈਂ ਕਿਹਾ ਮੈਨੂੰ ਦੇ ਦੇ। ਆਖਣ ਲੱਗੀ ਅਜੇ ਪੂਰੇ ਨਹੀਂ ਬਣੇ ਤੇ ਮੇਰੇ ਬੈਠਿਆਂ ਬੈਠਿਆਂ ਬੁਰਸ਼ ਲੈ ਕੇ ਤਸਵੀਰ ਵਿਚਲੇ ਨੱਕ ਦਾ ਹਾਥੀ ਦੇ ਸੁੰਡ ਬਣਾ ਦਿੱਤੀ। ਇੱਕਦਮ ਮੇਰੀ ਤਸਵੀਰ ਗਣੇਸ਼ ਦੀ ਤਸਵੀਰ ਬਣ ਗਈ। ਉਸ ਲਈ ਤਾਂ ਤੁਸੀਂ ਸਾਰੀ ਦੁਨੀਆ ਛੱਡ ਸਕਦੇ ਹੋ। ਸਾਰੀ ਦੁਨੀਆ ਛੱਡ ਸਕਦਾ ਪਰ ਤੈਨੂੰ ਨਹੀਂ ਛੱਡ ਸਕਦਾ। ਮੈਨੂੰ ਵਿਖਾਓ ਤਾਂ ਸਹੀ ਕਿਸੇ ਦਿਨ ਉਹ ਕਿਹੋ ਜਿਹੀ ਔਰਤ ਹੈ। ਨਹੀਂ ਨਹੀਂ, ਤੈਨੂੰ ਉਹ ਇੰਨੀ ਚੰਗੀ ਲੱਗਣੀ ਹੈ ਕਿ ਤੂੰ ਉਸੇ ਦਾ ਪੱਖ ਲੈਣ ਲੱਗ ਪੈਣਾ। ਉਹਨੇ ਤੇਰੇ ਤੇ ਵੀ ਜਾਦੂ ਕਰ ਦੇਣਾ। ਪਹਿਲੇ ਜਦੋਂ ਮੈਂ ਲੋਕਾਂ ਨੂੰ ਉਸ ਤੇ ਖਿਝਦਿਆਂ ਦੇਖਦਾ ਤਾਂ ਦਿਲ 'ਚ ਹੱਸਦਾ ਕਿ ਸਾਲੇ ਫਿਰ ਜਾਂਦੇ ਕਿਉਂ ਨਹੀਂ ਉਹਨੂੰ ਮਿਲਣ। ਪਰ ਹੁਣ ਮੈਂ ਸਮਝ ਸਕਦਾ ਉਸ ਕੋਲ ਜਾਏ ਬਿਨਾਂ ਰਹਿ ਵੀ ਨਹੀਂ ਹੁੰਦਾ। ਕਿਸੇ ਵੀ ਕੰਮ ਇਸ ਸ਼ਹਿਰ ਤੋਂ ਬਾਹਰ ਜਾਓ, ਵਾਪਸ ਆ ਕੇ ਸਭ ਤੋਂ ਪਹਿਲਾਂ ਉਸੇ ਦਾ ਖਿਆਲ ਆਏਗਾ। ਜੇ ਕਦੇ ਉਹ ਬਾਹਾਂ 'ਚ ਵੰਗਾਂ ਪਾ ਲੈਂਦੀ ਹੈ ਤਾਂ ਲੱਗਦਾ ਹੈ ਸਭ ਔਰਤਾਂ ਨੂੰ ਵੰਗਾਂ ਪਾਉਣੀਆਂ ਚਾਹੀਦੀਆਂ। ਜਦੋਂ ਕਮੀਜ਼ ਸਲਵਾਰ ਪਾਉਂਦੀ ਹੈ ਲੱਗਦਾ ਹੈ ਕਮੀਜ਼ ਸਲਵਾਰ ਹੀ ਸਭ ਤੋਂ ਵਧੀਆ ਡਰੈਸ ਹੈ। ਸਭ ਔਰਤਾਂ ਨੂੰ ਕਮੀਜ਼ ਸਲਵਾਰ ਪਾਉਣੀ ਚਾਹੀਦੀ ਹੈ। ਜਦੋਂ ਸਾੜੀ ਲਾਉਂਦੀ ਹੈ ਲੱਗਦਾ ਹੈ ਉਹ ਸਭ ਔਰਤਾਂ ਨੂੰ ਸਾੜੀ ਲਾਉਣੀ ਚਾਹੀਦੀ ਹੈ। ਤਾਂ ਤੇ ਉਹ ਬੜੀ ਖਤਰਨਾਕ ਔਰਤ ਹੈ। ਹਾਂ, ਜਨਾਨੀਆਂ ਬੜੀਆਂ ਡਰਦੀਆਂ ਨੇ ਉਸ ਕੋਲੋਂ। ਕੋਈ ਉਹਨੂੰ ਆਪਣੇ ਘਰ ਬੁਲਾ ਕੇ ਰਾਜ਼ੀ ਨਹੀਂ, ਉਸ ਕੋਲ ਜਾ ਕੇ ਰਾਜ਼ੀ ਨਹੀਂ। ਹਰ ਇੱਕ ਨੂੰ ਡਰ ਰਹਿੰਦਾ ਕਿਤੇ ਉਹਦੇ ਮਰਦ ਨੂੰ ਨਾ ਉਸ ਕੋਲੋਂ ਖੋਹ ਲਵੇ। ਪਰ ਕੀ ਸਮਝਦੀ ਹੈ ਉਹ ਕਿਸੇ ਦੇ ਮਰਦ ਨੂੰ? ਉਹ ਕਿਸੇ ਵੀ ਮਰਦ ਨੂੰ ਆਪਣੀ ਚੀਚੀ ਉਂਗਲੀ ਦੁਆਲੇ ਲਪੇਟ ਸਕਦੀ ਹੈ। ਅਸਲ 'ਚ ਜੋ ਉਹਦੇ ਅੰਦਰਲੀ ਅੱਗ ਹੈ ਉਹ ਤਸਵੀਰਾਂ 'ਚ ਪਾ ਦਿੰਦੀ ਹੈ। ਇਸੇ ਕਰਕੇ ਉਹਦੀਆਂ ਬਣਾਈਆਂ ਤਸਵੀਰਾਂ ਤੜਪਾ ਜਾਂਦੀਆਂ ਨੇ। ਜੇ ਉਹਨੂੰ ਕਿਸੇ ਮਰਦ ਦੀ ਏਡੀ ਲੋੜ ਹੁੰਦੀ ਤਾਂ ਵਿਆਹ ਨਾ ਕਰ ਲੈਂਦੀ ਕਿਸੇ ਨਾਲ। ਖਾਮਖਾ ਡਰਦੀਆਂ ਨੇ ਜਨਾਨੀਆਂ ਉਹ ਤੋਂ। ਪਰ ਮੈਂ ਨਹੀਂ ਡਰਦੀ, ਪਾਸ਼ੀ ਬੋਲੀ। ਕਿਉਂ? ਤੁਹਾਨੂੰ ਤੇ ਮੇਰੇ ਕੋਲੋਂ ਖੋ ਨਹੀਂ ਸਕੀ। ਪਰ ਉਹ ਆਖੇ ਤਾਂ ਮੈਂ ਜਾਨ ਵੀ ਦੇ ਸਕਦਾ। ਪਰ ਜਾਣ ਲਈ ਨਾ ਕਦੇ ਕੋਈ ਆਖਦਾ ਹੁੰਦਾ ਤੇ ਨਾ ਹੀ ਜਾਨ ਕੋਈ ਦਿੰਦਾ ਹੁੰਦਾ। ਬਾਕੀ ਸਾਰੇ ਦੇ ਸਾਰੇ ਤੁਸੀਂ ਮੇਰੇ ਹੋ। ਪਰ ਨਹੀਂ, ਮੈਂ ਬੜਾ ਕਾਇਰ ਹਾਂ, ਝੂਠਾਂ, ਬੁਜ਼ਦਿਲ। ਵਿਆਹ ਕਰਵਾਉਣ ਵੇਲੇ ਵੀ ਮੈਂ ਉਹ ਤੋਂ ਪੁੱਛਣ ਗਿਆ ਸੀ ਕਿ ਫਲਾਣੀ ਕੁੜੀ ਨਾਲ ਵਿਆਹ ਕਰਾ ਲਵਾਂ। ਅਸਲ 'ਚ ਮੈਂ ਚਾਹੁੰਦਾ ਸੀ ਉਹ ਆਖ ਦੇਵੇ, ਕੁਝ ਵੀ ਆਖ ਦੇਵੇ। ਪਰ ਉਹ ਮੁਸਕਰਾ ਪਈ ਤੇ ਕੁਝ ਵੀ ਨਾ ਆਖਿਆ। ਮੈਂ ਫਿਰ ਉਹਦੇ ਸਾਹਮਣੇ ਹਾਰ ਗਿਆ ਸੀ। ਮਰਦ ਹੋ ਕੇ ਮੈਂ ਇੱਕ ਔਰਤ ਤੋਂ ਹਾਰਨਾ ਨਹੀਂ ਸੀ ਚਾਹੁੰਦਾ। ਮੈਂ ਉਹਨੂੰ ਦੱਸ ਦੇਣਾ ਚਾਹੁੰਦਾ ਸੀ ਮੈਂ ਤੇਥੋਂ ਬਗੈਰ ਵੀ ਸਾਰ ਸਕਦਾ। ਪਰ ਨਹੀਂ, ਮੈਂ ਉਹ ਤੋਂ ਬਗੈਰ ਨਹੀਂ ਸਾਰ ਸਕਦਾ। ਉਹ ਸਮਝਦੀ ਹੈ ਮੈਂ ਤੈਨੂੰ ਮੁਹੱਬਤ ਕਰਦਾ, ਇਸੇ ਲਈ ਤੇਰੇ ਨਾਲ ਵਿਆਹ ਕੀਤਾ। ਪਰ ਜੇ ਕੋਈ ਰੋਟੀ ਖਾਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਰੋਟੀ ਨੂੰ ਮੁਹੱਬਤ ਕਰਦਾ ਹੈ। ਜਿਸ ਚੀਜ਼ ਬਿਨਾਂ ਨਾ ਸਰੇ ਉਸੇ ਦਾ ਵੱਧ ਮੁੱਲ ਹੁੰਦਾ। ਜਿਸ ਬਿਨਾਂ ਸਰ ਗਿਆ ਉਹਦਾ ਕੀ ਹੈ? ਪਾਸ਼ੀ ਬੋਲੀ। ਨਹੀਂ, ਮੇਰਾ ਉਸ ਬਿਨਾਂ ਸਰ ਨਹੀਂ ਗਿਆ। ਬਹੁਤ ਵਾਰੀ ਮੈਂ ਸੋਚਦਾ ਜੇ ਭਲਾ ਤੇਰੀ ਥਾਂ ਉਹ ਹੁੰਦੀ। ਪਰ ਮੈਂ ਤਾਂ ਇਹੋ ਨਹੀਂ ਸੋਚਦੀ। ਤੂੰ ਕੀ ਸੋਚਦੀ ਹੈ? ਇਹੀ ਕਿ ਚੰਗਾ ਹੋਇਆ ਮੈਂ ਉਸ ਨਾਲ ਵਿਆਹ ਨਾ ਕੀਤਾ। ਕਿਸ ਨਾਲ? ਜਿਹਦੇ ਮੈਨੂੰ ਸੁਪਨੇ ਆਉਂਦੇ ਹੁੰਦੇ ਸੀ। ਕਿਹਦੇ ਆਉਂਦੇ ਹੁੰਦੇ ਸੀ ਸੁਪਨੇ? ਸੀ ਕੋਈ ਬੜਾ ਚੰਗਾ, ਬੜਾ ਸੋਹਣਾ। ਤੇ ਤੂੰ ਉਸ ਨਾਲ ਵਿਆਹ ਕਿਉਂ ਨਾ ਕੀਤਾ? ਉਹ ਮੁਹੱਬਤ ਦੇ ਚੱਕਰ 'ਚ ਪੈ ਕੇ ਫੇਲ ਹੋ ਗਿਆ ਤੇ ਪੜ੍ਹਨਾ ਛੱਡ ਗਿਆ ਤੇ ਪਿੰਡ ਜਾ ਕੇ ਖੇਤੀ ਕਰਨ ਲੱਗ ਪਿਆ। ਤੇ ਤੂੰ ਮੇਰੇ ਨਾਲ ਸਿਰਫ ਇਸੇ ਲਈ ਵਿਆਹ ਕੀਤਾ ਕਿ ਮੈਂ ਚੰਗੀ ਨੌਕਰੀ ਉੱਤੇ ਆ। ਪਰ ਤੂੰ ਤਾਂ ਆਖਦੀ ਸੀ ਤੂੰ ਮੈਨੂੰ 4 ਸਾਲ ਉਡੀਕਿਆ। ਹਾਂ, ਉਡੀਕਿਆ। ਸੋਚਿਆ ਇੱਕ ਨਾ ਇੱਕ ਦਿਨ ਤੁਸੀਂ ਵਿਆਹ ਤਾਂ ਕਰਾਓਗੇ ਹੀ। ਚੰਗੀ ਨੌਕਰੀ ਹੈ, ਘਰ ਚੰਗਾ ਹੈ, ਬੰਦਾ ਚੰਗਾ ਹੈ। ਇਹਦਾ ਮਤਲਬ ਇਹ ਹੈ ਤੈਨੂੰ ਪਤਾ ਸੀ ਮੈਂ ਕਿਸੇ ਹੋਰ ਨੂੰ ਚਾਹੁੰਦਾ। ਜਿਸ ਦਿਨ ਤੁਸੀਂ ਸਾਡੇ ਗੁਆਂਢ ਆ ਕੇ ਚੁਬਾਰਾ ਕਿਰਾਏ ਤੇ ਲਿਆ ਤੇ ਮੇਰੀ ਨਮਸਤੇ ਦਾ ਵੀ ਜਵਾਬ ਨਾ ਦਿੱਤਾ, ਮੈਂ ਸਮਝ ਗਈ ਸੀ ਕੋਈ ਗੱਲ ਹੈ। ਨਹੀਂ ਤਾਂ ਜਵਾਨ ਬੰਦਾ ਜਵਾਨ ਕੁੜੀ ਵੱਲੋਂ ਇੰਨਾ ਬੇਧਿਆਨਾ ਕਿਵੇਂ ਲੰਘ ਸਕਦਾ? ਫਿਰ ਵੀ ਤੂੰ ਉਡੀਕਿਆ। ਹਾਂ, ਤਜਰਬੇ ਨਾਲ ਬੰਦੇ ਸਿਆਣੇ ਹੋ ਜਾਂਦੇ ਨੇ ਤੇ ਤੁਸੀਂ ਸਿਆਣੇ ਬੰਦੇ ਲੱਗੇ ਸੀ। ਪਰ ਉਹ ਵੀ ਤੈਨੂੰ ਯਾਦ ਤੇ ਆਉਂਦਾ ਹੋਏਗਾ। ਕਦੇ ਸ਼ਹਿਰ ਚੀਜ਼ਾਂ ਲੈਣ ਆਇਆ, ਜੇ ਕਿਧਰੇ ਦਿਸ ਪਵੇ ਤਾਂ ਪਲ ਦੇ ਪਲ ਖੋਜ ਹੀ ਪੈਂਦੀ ਹੈ। ਤੂੰ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ? ਇਸ 'ਚ ਦੱਸਣ ਵਾਲੀ ਕੀ ਗੱਲ ਸੀ? ਉਹ ਚੀਜ਼ਾਂ ਖਰੀਦਣ ਇਸੇ ਸ਼ਹਿਰ ਆਉਂਦਾ, ਉਹਦੇ ਪਿੰਡ ਨੂੰ ਸ਼ਹਿਰ ਹੀ ਇਹ ਲੱਗਦਾ। ਤੇ ਤੂੰ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ? ਇਸ 'ਚ ਦੱਸਣ ਵਾਲੀ ਕੀ ਗੱਲ ਸੀ? ਤੂੰ ਤਾਂ ਅੱਜ ਸਾਰਾ ਨਸ਼ਾ ਹੀ ਲਾ ਦਿੱਤਾ ਤੇ ਅਜੇ ਆਖਦੀ ਹੈ ਕਿ ਗੱਲ ਹੀ ਕੀ ਸੀ। ਪਰ ਤੁਸੀਂ ਤਾਂ ਆਖਦੇ ਸੀ ਤੁਸੀਂ ਨਸ਼ੇ 'ਚ ਹੋ ਹੀ ਨਹੀਂ। ਖੈਰ, ਇਹ ਸ਼ਹਿਰ ਛੱਡਣਾ ਪਏਗਾ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਹਾਂ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਪਰ ਤੁਹਾਡੀ ਉਹਦਾ ਕੀ ਬਣੇਗਾ ਜੇ ਸ਼ਹਿਰ ਛੱਡ ਕੇ ਜਾਓਗੇ? ਪਾਸ਼ੀ ਗੱਲ ਟੋਕ ਕੇ ਬੋਲੀ। ਉਹਦੇ ਮਾਰ ਗੋਲੀ। ਉਰੇ ਕਰ ਬੋਤਲ। ਮੇਰੇ ਲਈ ਅੱਜ ਰੋਟੀ ਨਾ ਬਣਾਈ, ਮੈਂ ਨਹੀਂ ਖਾਣੀ। ਅਮਰ ਖਿਝ ਕੇ ਬੋਲਿਆ। ਬਸ ਵੀ ਕਰੋ, ਬਹੁਤ ਪੀ ਲਈ। ਫੜਾ ਵੀ, ਅੱਜ ਤਾਂ ਜਾਣੀ ਸ਼ਰਾਬ 'ਚ ਨਸ਼ਾ ਹੀ ਨਹੀਂ। ਧੰਨਵਾਦ। ਅਗਲੀ ਕਹਾਣੀ ਹੈ ਕੈਕਟਸ ਦਾ ਸੂਹਾ ਫੁੱਲ। ਇੱਕ ਸੀ ਕੁੜੀ, ਨਾਂ ਸੀ ਉਹਦਾ ਦਰਤਨੀ। ਬਹੁਤ ਦਿਨਾਂ ਤੱਕ ਉਹਨੂੰ ਆਪਣੇ ਨਾਮ ਦੀ ਸਮਝ ਨਹੀਂ ਸੀ ਆਈ। ਫਿਰ ਕਿਸੇ ਨੇ ਉਹਨੂੰ ਦੱਸਿਆ
ਇਹ ਜਿਹੜੀ ਭਾਸ਼ਾ ਦਾ ਸ਼ਬਦ ਹੈ, ਉਸ ਭਾਸ਼ਾ 'ਚ ਦਰਤਨੀ ਧਰਤੀ ਨੂੰ ਆਖਦੇ ਨੇ। ਕਿਸੇ ਨੂੰ ਆਪਣੇ ਨਾਂ ਦੀ ਵੀ ਸਮਝ ਨਾ ਹੋਏ, ਹੈ ਨਹੀਂ ਅਜੀਬ ਗੱਲ? ਆਖੋ ਹੱਸੀ ਤੇ ਫਿਰ ਗੰਭੀਰ ਹੋ ਗਈ। ਚਿੜੀਆਂ ਰੇਤੇ 'ਚ ਨਹਾ ਰਹੀਆਂ ਸਨ। ਸ਼ਾਇਦ ਮੀਂਹ ਆਵੇ। ਜਦੋਂ ਮੀਂਹ ਪਿਆ, ਕੱਚੀ ਮਿੱਟੀ ਦੀ ਗੰਧ ਨਾਲ ਮੋਤੀਏ ਦੀ ਵੇਲ ਨੂੰ ਫੁੱਲ ਲੱਗ ਪੈਣਗੇ। ਦਰਤਨੀ ਨੇ ਸੋਚਿਆ। ਜਿਸ ਨੇ ਉਹਨੂੰ ਉਹਦੇ ਨਾਮ ਦਾ ਮਤਲਬ ਦੱਸਿਆ ਸੀ, ਉਹਦਾ ਨਾਮ ਤਾਂ ਕੁਝ ਹੋਰ ਸੀ, ਪਰ ਦਰਤਨੀ ਨੂੰ ਲੱਗਿਆ ਉਹਦਾ ਨਾਮ ਆਕਾਸ਼ ਹੈ। ਉਹ ਨਹੀਂ ਸੀ ਜਾਣਦਾ ਕਿ ਕਿਸੇ ਦੇ ਮਨ 'ਚ ਉਹਦਾ ਨਾਮ ਆਕਾਸ਼ ਵੀ ਹੋ ਸਕਦਾ ਹੈ। ਦਰਤਨੀ ਵੀ ਨਹੀਂ ਸੀ ਜਾਣਦੀ ਉਹਦੇ ਮਨ 'ਚ ਉਹਦਾ ਨਾਮ ਆਕਾਸ਼ ਕਿਉਂ ਹੈ। ਆਕਾਸ਼ ਜਿਸ 'ਚ ਪੰਛੀ ਉੱਡਦੇ ਰਹਿੰਦੇ ਨੇ ਤੇ ਬੱਦਲ ਵੀ, ਰਾਤ ਦੇ ਹਨੇਰੇ 'ਚ ਜਿੱਥੇ ਤਾਰੇ ਚਮਕਦੇ ਨੇ। ਇੱਕ ਦਿਨ ਤਪਦੀ ਦੁਪਹਿਰੇ ਉਹ ਦਰਤਨੀ ਦੇ ਘਰ ਆਇਆ। ਪਾਣੀ ਮਿਲੇਗਾ? ਉਹਨੇ ਦਰਤਨੀ ਨੂੰ ਆਖਿਆ। ਦਰਤਨੀ ਪਾਣੀ ਲੈ ਆਈ। ਮੈਂ ਬਸ ਪਾਣੀ ਪੀਣ ਹੀ ਆਇਆ ਸੀ। ਗਲਾਸ ਦਰਤਨੀ ਨੂੰ ਫੜਾ ਉਹ ਨਹੀਂ ਪੈਰੀ ਮੁੜ ਗਿਆ। ਘੁੱਟ ਕੋ ਪਾਣੀ ਬਚਿਆ ਸੀ, ਦਰਤਨੀ ਨੇ ਪੀ ਲਿਆ। ਤਰੇ ਉਹਨੂੰ ਵੀ ਬੜੀ ਲੱਗੀ ਹੋਈ ਸੀ। ਫਿਰ ਉਹ ਆਪਣੀ ਕਮਲੀ ਗੱਲ ਉੱਤੇ ਆਪ ਹੀ ਮੁਸਕਰਾ ਪਈ। ਗਲੀ 'ਚ ਨਿੱਕੇ ਨਿੱਕੇ ਬੱਚੇ ਲੁਕਣ ਮੀਟੀ ਖੇਡ ਰਹੇ ਸਨ। ਉਹਨਾਂ 'ਚੋਂ ਕੋਈ ਦਰਤਨੀ ਦੇ ਘਰ ਆ ਕੇ ਲੁਕ ਗਿਆ ਸੀ। ਇਹਨਾਂ ਦਿਨਾਂ 'ਚ ਦਰਤਨੀ ਬਿਮਾਰ ਹੋ ਗਈ, ਬਹੁਤ ਬਿਮਾਰ, ਟਾਈਫਾਇਡ ਸੀ। ਉਹ ਖਬਰ ਨੂੰ ਨਹੀਂ ਆਇਆ। ਦਰਤਨੀ ਦਾ ਜੀ ਕਰੇ ਇਦੋਂ ਤਾਂ ਉਹ ਮਰ ਜਾਵੇ, ਪਰ ਮਰੀ ਨਹੀਂ, ਠੀਕ ਹੋ ਗਈ। ਜਦੋਂ ਠੀਕ ਹੋ ਗਈ ਤਾਂ ਇੱਕ ਦਿਨ ਉਹ ਆਇਆ। ਕਿੰਨਾ ਚਿਰ ਚੁੱਪ ਕੀਤਾ ਬੈਠਾ ਰਿਹਾ, ਜਿਵੇਂ ਉਹ ਆਇਆ ਹੀ ਨਾ ਹੋਵੇ। ਬਸ ਅੰਗੂਠੇ ਦਾ ਨਹੁੰ ਦੰਦਾਂ 'ਚ ਟੁੱਕਦਾ ਰਿਹਾ। ਕੀ ਹਾਲ ਹੈ ਤੁਹਾਡਾ? ਦਰਤਨੀ ਨੇ ਪੁੱਛਿਆ। ਚੰਗਾ ਸੀ ਤੂੰ ਮਰ ਜਾਂਦੀ, ਉਹਨੇ ਕਿਹਾ। ਦਰਤਨੀ ਰੋ ਪਈ, ਬੋਲੀ ਕੁਛ ਨਹੀਂ। ਇੰਨੇ ਨੂੰ ਮਾਂ ਆ ਗਈ। ਮਾਂ ਦੇ ਨਾਲ ਉਹ ਸਧਾਰਨ ਦੁੱਖ ਸੁੱਖ ਦੀਆਂ ਹਾਸੇ ਮਜ਼ਾਕ ਦੀਆਂ ਗੱਲਾਂ ਕਰਦਾ ਰਿਹਾ। ਸਾਰਾ ਵੇਲਾ ਉਹਨੇ ਇੱਕ ਵਾਰ ਵੀ ਦਰਤਨੀ ਵੱਲ ਨਹੀਂ ਵੇਖਿਆ ਤੇ ਫਿਰ ਬਿਨਾਂ ਉਸ ਵੱਲ ਤੱਕਿਆ ਉਹ ਉੱਠ ਕੇ ਚਲਾ ਗਿਆ। ਦਰਤਨੀ ਦੂਰ ਤੱਕ ਉਹਨੂੰ ਜਾਂਦੇ ਨੂੰ ਵੇਖਦੀ ਰਹੀ। ਪਿਛਲੇ ਸਾਲ ਜਿਹੜੀ ਗੁਲਾਬ ਦੀ ਵੇਲ ਉਹਨੇ ਪੂਜਾ ਦੇ ਕਮਰੇ ਸਾਹਮਣੇ ਲਗਾਈ ਸੀ, ਉਹਨੂੰ ਫੁੱਲ ਨਹੀਂ ਸੀ ਲੱਗੇ। ਮਾਲੀ ਆਖਦਾ ਸੀ ਇਹਨੂੰ ਫੁੱਲ ਨਹੀਂ ਲੱਗਣੇ, ਇਹਨੂੰ ਪੁੱਟ ਦਿੱਤਾ ਜਾਏ। ਪਰ ਦਰਤਨੀ ਦਾ ਮਨ ਨਹੀਂ ਸੀ ਮੰਨਿਆ ਵੇਲ ਪੁੱਟਵਾ ਦੇਣ ਲਈ। ਉਹਨੂੰ ਲੱਗਦਾ ਸੀ ਸ਼ਾਇਦ ਕਦੇ ਉਹਨੂੰ ਫੁੱਲ ਲੱਗ ਹੀ ਪੈਣ, ਨਾ ਵੀ ਲੱਗਣ ਤਾਂ ਵੀ ਕੀ ਹੈ। ਦਰਤਨੀ ਦੀ ਮਾਂ ਸ਼ਹਿਰ ਦੇ ਇੱਕ ਅਮੀਰ ਆਦਮੀ ਨਾਲ ਨਿਕਲ ਕੇ ਆਈ ਸੀ, ਇਹ ਸਭ ਨੂੰ ਪਤਾ ਸੀ। ਦਰਤਨੀ ਨੂੰ ਵੀ ਪਤਾ ਸੀ ਉਹਦਾ ਅਸਲੀ ਪਿਓ ਪਾਗਲਖਾਨੇ ਹੈ। ਇਹ ਵੀ ਉਹ ਜਾਣਦੀ ਸੀ ਕਿ ਪਹਿਲਾਂ ਕੁਝ ਚਿਰ ਉਹਦੀ ਮਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇਸ ਸਭ ਕਾਸੇ ਦਾ ਦਰਤਨੀ ਨੂੰ ਪਤਾ ਨਾ ਲੱਗੇ। ਇਸ ਲਈ ਕਈ ਸਾਲ ਘਰ ਤੋਂ ਦੂਰ ਉਹਨੂੰ ਹੋਸਟਲ 'ਚ ਰੱਖ ਕੇ ਪੜ੍ਹਾਇਆ ਗਿਆ ਸੀ। ਫਿਰ ਕਈ ਥਾਂ ਉਹਦੇ ਵਿਆਹ ਦੀ ਗੱਲ ਤੋਰੀ, ਪਰ ਲੋਕ ਇਹ ਨਹੀਂ ਸੀ ਭੁੱਲ ਸਕਦੇ ਕਿ ਉਹਦੀ ਮਾਂ ਕੌਣ ਹੈ। ਉਹਦੀ ਮਾਂ ਆਪ ਭਾਵੇਂ ਭੁੱਲ ਗਈ ਸੀ ਕਿ ਉਹ ਕੌਣ ਹੈ। ਅਖੀਰ ਉਹਨੇ ਸਭ ਕੁਝ ਦਰਤਨੀ ਨੂੰ ਦੱਸ ਦਿੱਤਾ। ਪਰ ਦਰਤਨੀ ਨੂੰ ਤਾਂ ਇਹ ਸਭ ਕੁਝ ਪਹਿਲਾਂ ਹੀ ਪਤਾ ਸੀ। ਉਹ ਘਰ ਆ ਗਈ, ਪਰ ਉਹ ਘਰ ਵੀ ਤਾਂ ਉਸ ਅਮੀਰ ਆਦਮੀ ਨੇ ਉਹਦੀ ਮਾਂ ਨੂੰ ਖਰੀਦ ਕੇ ਦਿੱਤਾ ਸੀ। ਇਸ ਘਰ ਦੇ ਦੁਆਲੇ ਮਹਿੰਦੀ ਦੇ ਬੂਟਿਆਂ ਦੀ ਵਾੜ ਸੀ। ਕਈ ਵਾਰੀ ਦਰਤਨੀ ਦਾ ਜੀ ਕੀਤਾ ਸੀ ਮਾਂ ਨੂੰ ਆਖੇ ਮਹਿੰਦੀ ਦੀ ਇਸ ਵਾੜ ਨੂੰ ਪਟਵਾ ਦੇਵੇ, ਕਿਉਂਕਿ ਆਖਦੇ ਨੇ ਜਿਸ ਘਰ ਦੇ ਦੁਆਲੇ ਮਹਿੰਦੀ ਦੀ ਵਾੜ ਹੋਵੇ ਉਸ ਘਰ ਦੀਆਂ ਔਰਤਾਂ ਦੇ ਹੱਥਾਂ ਨੂੰ ਕਦੇ ਮਹਿੰਦੀ ਨਸੀਬ ਨਹੀਂ ਹੁੰਦੀ। ਪਰ ਮਾਂ ਨੂੰ ਇਹ ਆਖ ਕੇ ਉਹ ਕੁਝ ਵੀ ਨਹੀਂ ਸੀ ਕਰਵਾਉਣਾ ਚਾਹੁੰਦੀ। ਮਹਿੰਦੀ ਦੀ ਵਾੜ ਨੂੰ ਕਦੇ-ਕਦੇ ਡੰਗਰ ਮੂੰਹ ਮਾਰਨ ਆ ਲੱਗਦੇ ਸਨ। ਦਰਤਨੀ ਟ੍ਰੇਨਿੰਗ ਲੈ ਕੇ ਨਰਸ ਬਣ ਗਈ, ਬਿਮਾਰਾਂ ਦੀ ਸੇਵਾ ਕਰਨ ਵਾਲੀ ਨਰਸ। ਲੋਕ ਉਹਦੇ ਸੁਭਾਅ ਉੱਤੇ, ਸਲੀਕੇ ਉੱਤੇ, ਸ਼ਕਲ ਉੱਤੇ ਮੋਹਿਤ ਹੋ ਜਾਂਦੇ, ਪਰ ਜਦੋਂ ਅੱਗੇ ਪਿੱਛੇ ਦਾ ਪਤਾ ਕਰਦੇ ਉਹਨਾਂ ਨੂੰ ਉਹਦਾ ਸਭ ਕੁਝ ਪਖੰਡ ਲੱਗਣ ਲੱਗ ਜਾਂਦਾ। ਮਨ ਹੀ ਮਨ ਉਹਨੂੰ ਉਦਲਾਟ ਦੀ ਧੀ ਤੇ ਆਪਣੇ ਆਪ ਨੂੰ ਉਸ ਅਮੀਰ ਆਦਮੀ ਦੇ ਵਾਰਸ ਚਿਤਵ ਲੈਂਦੇ। ਫਿਰ ਦਰਤਨੀ ਨਾਲ ਗੱਲ ਕਰਦਿਆਂ ਉਹਨਾਂ ਦੇ ਬੋਲ ਬਦਲ ਜਾਂਦੇ, ਅਰਥ ਬਦਲ ਜਾਂਦੇ। ਦਰਤਨੀ ਨੂੰ ਕਿਸੇ ਉੱਤੇ ਕੋਈ ਗਿਲਾ ਨਹੀਂ ਸੀ, ਬਗਾਨਿਆਂ ਉੱਤੇ ਕਾਹਦਾ ਗਿਲਾ। ਤਿਆਰ ਹੋ ਕੇ ਦਰਤਨੀ ਨੇ ਘੜੀ ਵੇਖੀ, ਡਿਊਟੀ ਦਾ ਵੇਲਾ ਹੋ ਗਿਆ ਸੀ। ਉਹਨੇ ਆਪਣੇ ਕੱਪੜਿਆਂ ਨੂੰ, ਰੁਮਾਲ ਨੂੰ ਸੈਂਟ ਲਗਾਇਆ। ਕਮਰਾ ਜਿਵੇਂ ਮਹਿਕ ਨਾਲ ਭਰ ਗਿਆ। ਹਸਪਤਾਲ ਦੀ ਬੂ ਤੋਂ ਬਚਣ ਲਈ ਉਹਨੇ ਇਹ ਤਰੀਕਾ ਲੱਭ ਲਿਆ ਸੀ। ਸਾਰਾ ਸ਼ਹਿਰ ਅੰਧਕਾਰ 'ਚ ਡੁੱਬਿਆ ਹੋਇਆ ਸੀ, ਪਰ ਦਰਤਨੀ ਨੇ ਦੇਖਿਆ ਹਸਪਤਾਲ ਦੀ ਇੱਕ ਬੁਰਜੀ ਉੱਪਰ ਦੀ ਫਿੱਕਾ ਜਿਹਾ ਚੰਦ ਦਿਸ ਰਿਹਾ ਸੀ। ਚੰਦ ਉਦਾਸ ਕਿਉਂ ਹੈ? ਦਰਤਨੀ ਨੇ ਸੋਚਿਆ ਤੇ ਫਿਰ ਆਪਣੀ ਕਮਲੀ ਗੱਲ ਉੱਤੇ ਆਪ ਹੀ ਹੱਸ ਪਈ। ਉਹ ਵੀ ਆਮ ਮਰੀਜ਼ਾਂ ਵਾਂਗ ਮਰੀਜ਼ ਬਣ ਕੇ ਹਸਪਤਾਲ 'ਚ ਆਇਆ ਸੀ। ਦਰਤਨੀ ਦੇ ਮਨ 'ਚ ਜਿਹਦਾ ਨਾਮ ਆਕਾਸ਼ ਸੀ, ਆਮ ਮਰੀਜ਼ਾਂ ਵਾਂਗ ਹੀ ਦਰਤਨੀ ਨੇ ਉਹਦੇ ਥਰਮਾਮੀਟਰ ਲਾਇਆ ਸੀ, ਉਹਦੇ ਮੱਥੇ ਉੱਤੇ ਹੱਥ ਰੱਖ ਦਿੱਤਾ ਸੀ। ਉਹਨੂੰ ਪਤਾ ਸੀ ਮਰੀਜ਼ ਲੋਕਾਂ ਨੂੰ ਇੰਨੇ ਕੁ ਸਹਾਰੇ ਦੀ ਲੋੜ ਹੁੰਦੀ ਹੈ, ਪਰ ਉਹਨੇ ਬੁਖਾਰ ਦੀ ਘੁੱਕੀ 'ਚ ਵੀ ਅੱਖਾਂ ਉਘੇੜ ਕੇ ਦਰਤਨੀ ਵੱਲ ਵੇਖਿਆ ਸੀ। ਦਰਤਨੀ ਜ਼ਰਾ ਕੁ ਮੁਸਕਰਾਈ, ਇਹ ਤਾਂ ਉਹਦੀ ਆਦਤ ਸੀ। ਉਹ ਮੁਸਕਰਾਈ ਤਾਂ ਜ਼ਰੂਰ ਸੀ, ਪਰ ਉਹ ਮੁਸਕਰਾਹਟ ਖੁਸ਼ ਸੀ ਕਿ ਉਦਾਸ ਉਹ ਨਹੀਂ ਸੀ ਸਮਝ ਸਕਿਆ। ਫਿਰ ਵੀ ਉਹਨੂੰ ਚੰਗੀ ਲੱਗੀ ਸੀ।
ਇਸ ਲਈ ਕਿੰਨਾ ਚਿਰ ਉਹਨੂੰ ਬਾਕੀ ਦੇ ਮਰੀਜ਼ਾਂ ਦੇ ਚਾਰਟ ਭਰਦੀ, ਬੁਖਾਰ ਦੇਖਦੀ, ਦਵਾਈਆਂ ਦਿੰਦੀ ਨੂੰ ਵੇਖਦਾ ਰਿਹਾ ਤੇ ਉਹ ਕੰਮ ਮੁਕਾ ਕੇ ਕੁਰਸੀ ਤੇ ਜਾ ਬੈਠੀ, ਕੋਈ ਕਿਤਾਬ ਖੋਲ ਕੇ ਪੜ੍ਹਨ ਲੱਗ ਪਈ। ਇਹ ਕਿਹੜੀ ਕਿਤਾਬ ਪੜ੍ਹਦੀ ਹੋਣੀ ਹੈ? ਕੋਈ ਜਸੂਸੀ ਨਾਵਲ, ਪ੍ਰੇਮ ਕਹਾਣੀ, ਪਰ ਉਹਦੇ ਮੂੰਹ ਤੋਂ ਇਹ ਨਹੀਂ ਸੀ ਲੱਗਦਾ। ਇਸ ਉਮਰ 'ਚ ਭਲਾ ਹੋਰ ਕੀ ਪੜ੍ਹ ਸਕਦੀ ਹੈ? ਉਹ ਸੋਚਣ ਲੱਗਿਆ। ਕਿੰਨੀ ਕੁ ਉਮਰ ਹੋਏਗੀ ਇਹਦੀ? ਉਹਦੇ ਮੂੰਹ ਤੋਂ ਉਹਦੀ ਉਮਰ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ। ਕਦੇ ਉਹ ਬਹੁਤ ਛੋਟੀ ਲੱਗਦੀ, ਕਦੇ ਬਹੁਤ ਵੱਡੀ। ਸ਼ਾਇਦ ਬੁਖਾਰ ਦੀ ਘੂਕੀ ਕਰਕੇ ਉਹ ਠੀਕ ਤਰ੍ਹਾਂ ਦੇਖ ਨਹੀਂ ਸੀ ਸਕਦਾ। ਠੀਕ 9 ਵਜੇ ਉਹਨੇ ਕਿਤਾਬ ਪੁੱਠੀ ਕਰਕੇ ਰੱਖ ਦਿੱਤੀ। ਸਾਰੇ ਮਰੀਜ਼ਾਂ ਵੱਲ ਦੇਖਿਆ, ਫਿਰ ਇੰਜੈਕਸ਼ਨ ਤਿਆਰ ਕੀਤਾ ਤੇ ਚੁੱਪਚਾਪ ਆ ਕੇ ਉਹਦੇ ਲਗਾ ਦਿੱਤਾ, ਜਿਹੜਾ ਕਿੰਨੇ ਚਿਰ ਤੋਂ ਉਸੇ ਵੱਲ ਵੇਖ ਰਿਹਾ ਸੀ। ਪਾਣੀ ਪੀਓਗੇ? ਉਹਨੇ ਇੰਜੈਕਸ਼ਨ ਵਾਲੀ ਥਾਂ ਤੇ ਸਪਿਰਟ ਵਾਲਾ ਫੰਬਾ ਮਲਦਿਆਂ ਪੁੱਛਿਆ। ਹਾਂ, ਉਹ ਬੋਲਿਆ। ਦਰਤਨੀ ਨੇ ਉਹਨੂੰ ਪਾਣੀ ਪਿਲਾਇਆ, ਫਿਰ ਉਹਦੇ ਅੰਦਰ ਉੱਪਰਲੀ ਚਾਦਰ ਠੀਕ ਕਰਦੀ ਬੋਲੀ, ਮੈਂ ਇੱਥੇ ਹੀ ਹਾਂ। ਉਹ ਕੁਛ ਨਾ ਬੋਲਿਆ। ਕਿਤਾਬ ਮੁੜ ਚੁੱਕਦਿਆਂ ਦਰਤਨੀ ਨੇ ਦੇਖਿਆ ਚੰਦ ਉਸ ਬਾਰੀ ਦੇ ਸਾਹਮਣੇ ਆ ਗਿਆ ਜਿੱਥੇ ਉਹ ਬੈਠੀ ਸੀ। ਸ਼ਰਾਰਤ ਨਾਲ ਉਹਦਾ ਆਖਣ ਨੂੰ ਮਨ ਕੀਤਾ, ਚੰਦ ਮਾਮਾ ਗੁੱਡ ਮਾਰਨਿੰਗ, ਪਰ ਇਸ ਵੇਲੇ ਤਾਂ ਮਾਰਨਿੰਗ ਨਹੀਂ, ਰਾਤ ਸੀ। ਠੀਕ ਹੋਣ ਉੱਤੇ ਦਰਤਨੀ ਦੀ ਗੈਰ ਹਾਜ਼ਰੀ 'ਚ ਉਹਦੇ ਘਰ ਉਸ ਲਈ ਉਹ ਇੱਕ ਕਿਤਾਬ ਦੇਣ ਆਇਆ ਸੀ। ਦਰਤਨੀ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ ਨਾ। ਮਾਂ ਉਸਦੀ ਨੇ ਅੰਦਰ ਬੁਲਾ ਲਿਆ, ਚਾਹ ਲੈ ਆਈ, ਗੱਲਾਂ ਕਰਨ ਲੱਗ ਪਈ। ਫਿਰ ਵੀ ਕਦੇ ਆਉਣ ਲਈ ਕਿਹਾ। ਉਹਨੂੰ ਉਹ ਚੰਗਾ ਲੱਗਿਆ ਸੀ। ਕਿਤਾਬ ਵਧੀਆ ਸੀ, ਪਰ ਦਰਤਨੀ ਦਾ ਇਹ ਉਸੇ ਨੂੰ ਮੋੜ ਦੇਣ ਨੂੰ ਮਨ ਕੀਤਾ। ਉਹਨੂੰ ਕਿਸੇ ਦਾ ਅਹਿਸਾਨ ਲੈਣਾ ਪਸੰਦ ਨਹੀਂ ਸੀ। ਕੀ ਪਤਾ ਸੀ ਉਹ ਕੌਣ ਸੀ, ਕਿੱਥੇ ਰਹਿੰਦਾ ਸੀ, ਪਰ ਕਿਤਾਬ ਉੱਤੇ ਲਿਖਿਆ ਸੀ, ਤਪਦੇ ਮੱਥੇ ਉੱਤੇ ਠੰਡਾ ਹੱਥ ਰੱਖਣ ਵਾਲੀ ਲਈ। ਸੋਚਾਂ ਜਿਹੀਆਂ 'ਚ ਖੋ ਗਈ। ਇੱਕਾ-ਇੱਕ ਉਹਨੂੰ ਉਹਦਾ ਬੁਖਾਰ ਦੀ ਘੂਕੀ ਵਿੱਚ ਅੱਖਾਂ ਉਘੇੜ ਕੇ ਉਸ ਵੱਲ ਤੱਕਣਾ ਯਾਦ ਆਇਆ। ਉਹ ਖੁਸ਼ ਵੀ ਹੋਈ ਤੇ ਉਦਾਸ ਵੀ। ਉਹਦੇ ਘਰ ਜਿਹੜੇ ਕੈਕਟਸ ਦੇ ਬੂਟੇ ਬੀਜੇ ਹੋਏ ਸਨ, ਉਹਨਾਂ ਉੱਤੇ ਸੂਹੇ ਫੁੱਲ ਨਿਕਲ ਆਏ ਸਨ। ਕੈਕਟਸ ਦੀਆਂ ਟਾਹਣੀਆਂ ਉੱਤੇ ਜਾਂ ਕੰਡੇ ਸਨ ਤੇ ਜਾਂ ਫੁੱਲ, ਪੱਤਾ ਕੋਈ ਨਹੀਂ ਸੀ। ਅਜੇ ਮਹੀਨਾ ਵੀ ਨਹੀਂ ਸੀ ਲੰਘਿਆ ਕਿ ਇੱਕ ਦਿਨ ਅਚਾਨਕ ਉਹ ਫੇਰ ਆ ਗਿਆ। ਮਾਂ ਨਾਲ ਇਉਂ ਗੱਲਾਂ ਕਰ ਰਿਹਾ ਸੀ ਜਿਵੇਂ ਕੋਈ ਘਰ ਦਾ ਹੀ ਬੰਦਾ ਹੋਵੇ। ਦਰਤਨੀ ਉਹਨੂੰ ਵੇਖ ਕੇ ਮੁਸਕਰਾਈ ਤੇ ਫਿਰ ਗੰਭੀਰ ਹੋ ਗਈ। ਮਾਂ ਉਹਦੀ ਚਾਹ ਬਣਾਉਣ ਚਲੀ ਗਈ। ਉਹਨੇ ਦਰਤਨੀ ਵੱਲ ਦੇਖਿਆ ਤੇ ਫਿਰ ਜਿਵੇਂ ਘਬਰਾ ਕੇ ਉੱਠ ਖੜਾ ਹੋਇਆ। ਅੱਛਾ, ਮੈਂ ਚੱਲਦਾ, ਆਖ ਉਸ ਵੱਲ ਤੱਕਣ ਲੱਗ ਪਿਆ ਜਿਵੇਂ ਆਖਦਾ ਹੋਵੇ, ਤੂੰ ਆਖ ਕੇ ਮੈਂ ਨਾ ਜਾਵਾਂ। ਦਰਤਨੀ ਨੇ ਉੱਠ ਕੇ ਕੰਡਿਆਂ ਵਾਲੇ ਕੈਕਟਸ ਤੋਂ ਇੱਕ ਸੂਹਾ ਫੁੱਲ ਤੋੜਿਆ ਤੇ ਕੰਬਦੇ ਹੱਥਾਂ ਨਾਲ ਉਹਦੇ ਕੋਟ ਤੇ ਲਗਾ ਦਿੱਤਾ। ਉਹ ਬੋਲਿਆ ਕੁਛ ਨਹੀਂ, ਸਿਰਫ ਦਰਤਨੀ ਦੇ ਮੋਢੇ ਤੇ ਹੱਥ ਰੱਖਿਆ ਤੇ ਅੱਛਾ ਆਖ ਕੇ ਉੱਥੋਂ ਤੁਰ ਗਿਆ। ਜਦੋਂ ਉਹਨੂੰ ਮਾਂ ਚਾਹ ਲੈ ਕੇ ਆਈ, ਉਹ ਜਾ ਚੁੱਕਿਆ ਸੀ। ਤੂੰ ਰੁਕਿਆ ਕਿਉਂ ਨਾ? ਮਾਂ ਨੇ ਕਿਹਾ। ਕਿਸੇ ਤੇ ਰੁਕਿਆ ਕਦੇ ਕੋਈ ਨਹੀਂ ਰੁਕਿਆ। ਜਿਹਨੇ ਰੁਕਣਾ ਹੁੰਦਾ ਆਪ ਹੀ ਰੁਕ ਜਾਂਦਾ ਹੈ। ਦਰਤਨੀ ਨੇ ਉਹ ਆਖਿਆ ਜਿਵੇਂ ਉਹ ਮਾਂ ਨੂੰ ਨਹੀਂ, ਆਪਣੇ ਆਪ ਨੂੰ ਦੱਸ ਰਹੀ ਹੋਵੇ। ਇਸ ਤੋਂ ਪਿੱਛੋਂ ਉਹਨਾਂ ਦੇ ਘਰ ਕਈ ਵਾਰ ਆਇਆ। ਇਹ ਸ਼ਰੀਫ ਲੋਕਾਂ ਦਾ ਘਰ ਨਹੀਂ। ਇੱਕ ਵਾਰੀ ਦਰਤਨੀ ਨੇ ਇਹ ਕੌੜੀ ਗੱਲ ਉਹਨੂੰ ਹੱਸ ਕੇ ਆਖੀ, ਜੇ ਕਿਤੇ ਤੂੰ ਮੈਨੂੰ ਪਹਿਲੇ ਟੱਕਰੀ ਹੁੰਦੀ ਤਾਂ ਮੈਂ ਤੇਰੇ ਨਾਲ ਵਿਆਹ ਕਰ ਲੈਣਾ ਸੀ, ਉਹ ਬੋਲਿਆ। ਪਹਿਲਾਂ ਕਦੋਂ? ਦਰਤਨੀ ਨੇ ਪੁੱਛਿਆ। ਜਦੋਂ ਅਜੇ ਮੈਂ ਇਹ ਫੈਸਲਾ ਨਹੀਂ ਸੀ ਕੀਤਾ ਕਿ ਜ਼ਿੰਦਗੀ 'ਚ ਕੀ ਕਰਨਾ। ਕੀ ਕਰਨਾ ਤੁਸੀਂ ਜ਼ਿੰਦਗੀ 'ਚ? ਇਸ ਤੋਂ ਤੂੰ ਕੀ ਲੈਣਾ? ਬਸ ਇੰਨਾ ਹੀ ਜਾਣ ਲੈ ਕਿ ਉਹ ਕੁਝ ਨਹੀਂ ਕਰਨਾ ਜੋ ਸਭ ਦੂਸਰੇ ਕਰਦੇ ਨੇ। ਦਰਤਨੀ ਉਦਾਸ ਹੋ ਗਈ। ਇਹ ਗੱਲ ਦੱਸਣ 'ਚ ਮੈਨੂੰ ਕੋਈ ਸ਼ਰਮ ਨਹੀਂ ਮਹਿਸੂਸ ਹੋ ਰਹੀ ਕਿ ਕਦੇ-ਕਦੇ ਮਨ ਕਰਦਾ ਹੈ ਉਹ ਸਭ ਕੁਝ ਕਰਾਂ ਜਿਸ ਨਾਲ ਤੂੰ ਖੁਸ਼ ਹੋ ਸਕੇ, ਪਰ ਮੈਂ ਇਸ ਤਰ੍ਹਾਂ ਹਾਰਨਾ ਨਹੀਂ ਚਾਹੁੰਦਾ। ਮੈਂ ਜਿਹੜੇ ਫੈਸਲੇ ਆਪਣੇ ਆਪ ਨਾਲ ਕੀਤੇ ਹਨ, ਉਹਨਾਂ ਲਈ ਖਬਰੇ ਹੋਰ ਕੀ ਛੱਡਣਾ ਪੈਣਾ। ਤੁਸੀਂ ਕਦੇ ਕਿਸੇ ਨੂੰ ਪਿਆਰ ਕੀਤਾ? ਅਚਾਨਕ ਦਰਤਨੀ ਨੇ ਪੁੱਛਿਆ। ਹਾਂ, ਕੀਤਾ ਸੀ, ਉਹ ਬੋਲਿਆ। ਉਸੇ ਲਈ ਏਡੇ ਉਦਾਸ ਹੋ? ਨਹੀਂ, ਮੈਂ ਉਦਾਸ ਤਾਂ ਨਹੀਂ, ਖੁਸ਼ ਹੋ। ਭੁੱਲ ਹੀ ਗਿਆ ਕਿ ਖੁਸ਼ੀ ਕੀ ਹੁੰਦੀ ਹੈ ਤੇ ਉਦਾਸੀ ਕੀ ਹੁੰਦੀ ਹੈ। ਬਸ ਚਾਹੁੰਦਾ ਕੋਈ ਝੱਖੜ ਝੁੱਲ ਪਵੇ, ਕੋਈ ਭੁਚਾਲ ਆਵੇ, ਸਭ ਕੁਝ ਢਹਿ ਢੇਰੀ ਹੋ ਜਾਏ। ਪਰ ਮੈਨੂੰ ਇਸ ਨਾਲ ਕੀ? ਮਨ ਕਰਦਾ ਹੈ ਉਹ ਕਿਤੇ ਮਿਲ ਪਵੇ ਤੇ ਮੈਂ ਦੱਸਾਂ, ਉਹ ਤਾਂ ਹੁਣ ਇੱਕ ਬੜੇ ਆਦਮੀ ਦੀ ਔਰਤ ਹੈ। ਪਰ ਨਹੀਂ, ਇਹ ਤਾਂ ਗੱਲਾਂ ਹੀ ਕੁਝ ਨਹੀਂ। ਕੋਈ ਅਜਿਹਾ ਇੰਜੈਕਸ਼ਨ ਨਹੀਂ ਜਿਸ ਨਾਲ ਸਭ ਕੁਝ ਭੁੱਲ ਭੁਲਾ ਜਾਵੇ। ਤੈਨੂੰ ਸ਼ਾਇਦ ਪਤਾ ਨਹੀਂ ਕਿ ਅੱਧੀ ਤੋਂ ਬਹੁਤੀ ਤਨਖਾਹ ਦੀ ਮੈਂ ਸ਼ਰਾਬ ਹੀ ਪੀ ਜਾਂਦਾ। ਮੈਨੂੰ ਪਤਾ ਹੈ। ਉਹ ਕਿਵੇਂ? ਤੁਹਾਡੀਆਂ ਅੱਖਾਂ ਤੋਂ ਪਤਾ ਲੱਗ ਜਾਂਦਾ ਹੈ। ਤੂੰ ਮੇਰੀਆਂ ਅੱਖਾਂ ਵੱਲ ਏਡੇ ਧਿਆਨ ਨਾਲ ਨਾ ਵੇਖਿਆ ਕਰ। ਅੱਛਾ, ਮੈਂ ਜਾਣਾ, ਆਖੋ ਉੱਠ ਖੜਾ ਹੋਇਆ। ਫਿਰ ਕਦੋਂ ਆਓਗੇ? ਦਰਤਨੀ ਨੇ ਕੈਕਟਸ ਦਾ ਫੁੱਲ ਕੋਟ ਤੇ ਲਗਾਉਂਦਿਆਂ ਪੁੱਛਿਆ। ਮੈਂ ਨਹੀਂ ਚਾਹੁੰਦਾ ਮੈਂ ਇੱਥੇ ਆਵਾਂ, ਪਰ ਹੋਰ ਕੋਈ ਵੀ ਥਾਂ ਤਾਂ ਨਹੀਂ ਜਾਣ ਨੂੰ। ਤੂੰ ਜ਼ਰੂਰ ਇੱਕ ਦਿਨ ਮੈਨੂੰ ਪਾਗਲ ਕਰ ਦੇਂਗੀ। ਦਰਤਨੀ ਕੁਝ ਨਾ ਬੋਲੀ। ਉਹ ਚਲਾ ਗਿਆ। ਜਦੋਂ ਜਾਂਦਾ ਉਸੇ ਵੇਲੇ ਤੋਂ ਦਰਤਨੀ ਉਹਦੇ ਮੁੜ ਆਉਣ ਨੂੰ ਉਡੀਕਣ ਲੱਗ ਜਾਂਦੀ। ਬਾਕੀ ਦੇ ਸਾਰੇ ਕੰਮ
ਉਹਨੂੰ ਵਾਧੂ ਦੇ ਬੇਮਤਲਬ ਲੱਗਦੇ। ਇੱਕ ਅਜੀਬ ਤਰ੍ਹਾਂ ਦੀ ਉਹਦੇ ਖੋਹ ਪੈਂਦੀ ਰਹਿੰਦੀ। ਫਿਰ ਉਹਦੀ ਮਾਂ ਨੇ ਨਾ ਜਾਣੇ ਕਿੱਥੋਂ ਪਤਾ ਕਰ ਲਿਆ ਕਿ ਉਹ ਨਾਲ ਦੇ ਸ਼ਹਿਰ ਦੇ ਇੱਕ ਕਾਲਜ 'ਚ ਅੰਗਰੇਜ਼ੀ ਪੜ੍ਹਾਉਂਦਾ ਸੀ। ਪਿਓ ਨਾਲ ਝਗੜਾ ਕਰਨ ਕਰਕੇ ਉਹਨੇ ਇਹਨੂੰ ਸਭ ਕਾਸੇ ਤੋਂ ਬੇਦਖਲ ਕਰ ਦਿੱਤਾ ਹੋਇਆ ਸੀ। ਮਾਂ ਉਹਦੀ ਛੋਟੇ ਹੁੰਦਿਆਂ ਹੀ ਮਰ ਗਈ ਸੀ। 2 ਵੱਡੇ ਭਰਾ ਚੰਗੀਆਂ ਥਾਵਾਂ ਤੇ ਸਨ। ਇੱਕ ਭੈਣ ਸੀ ਜੋ ਪਤਾ ਨਹੀਂ ਰੱਬ ਜਾਣੇ ਕਿਉਂ ਦਰਿਆ 'ਚ ਡੁੱਬ ਕੇ ਮਰ ਗਈ ਸੀ। ਇਸ ਵਾਰੀ ਜਦੋਂ ਆਇਆ ਕਾਫੀ ਲਿੱਸਾ ਹੋਇਆ ਸੀ। ਬਿਮਾਰ ਹੋ ਗਈ ਸੀ? ਦਰਤਨੀ ਨੇ ਪੁੱਛਿਆ। ਨਹੀਂ, ਮੈਂ ਕੁਝ ਪਰੇਸ਼ਾਨ ਸੀ। ਕਿਉਂ? ਸਾਰੀਆਂ ਗੱਲਾਂ ਤਾਂ ਤੈਨੂੰ ਦੱਸੀਆਂ ਨਹੀਂ ਜਾ ਸਕਦੀਆਂ ਤੇ ਨਾ ਹੀ ਤੂੰ ਸਮਝ ਸਕਦੀ ਹੈ। ਮੈਂ ਇਹੀ ਸੋਚਦਾ ਰਿਹਾ ਕਿਉਂ ਨਾ ਸਾਧ ਬਣ ਜਾਵਾਂ। ਦਰਤਨੀ ਦੀਆਂ ਅੱਖਾਂ ਦੇ ਕੋਇਆਂ 'ਚ ਪਾਣੀ ਸਿਮ ਆਇਆ। ਪਲ 2 ਪਲ ਹੀ ਉਹਦੇ ਮੂੰਹ ਵੱਲ ਵੇਖਦਾ ਰਿਹਾ, ਫਿਰ ਬੋਲਿਆ, ਤੂੰ ਮੇਰੇ ਲਈ ਮੇਰੇ ਨਾਲ ਘਰੋਂ ਭੱਜ ਸਕਦੀ ਹੈ? ਮੈਂ ਸਮਾਜ ਦੇ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਉਹਨਾਂ ਦੇ ਬਣਾਏ ਅਸੂਲਾਂ ਦੀ ਮੈਨੂੰ ਕੱਖ ਪਰਵਾਹ ਨਹੀਂ। ਮੈਂ ਜਿਵੇਂ ਚਾਹਾਂ ਜੀ ਸਕਦਾ। ਦਰਤਨੀ ਕੁਝ ਨਹੀਂ ਬੋਲੀ। ਮਹਿੰਦੀ ਦੇ ਬੂਟੇ ਦੀ ਇੱਕ ਡੰਡੀ ਦੰਦਾਂ 'ਚ ਚਬਾਉਂਦੀ ਰਹੀ। ਆਮ ਲੋਕਾਂ 'ਚ ਇੰਨਾ ਸਾਹਸ ਕਿੱਥੇ? ਉਹ ਤਾਂ ਮਿਆਂ ਕਰਦੇ ਇੱਜੜ ਵਿੱਚ ਹੀ ਤੁਰ ਸਕਦੇ ਨੇ, ਅਸਮਾਨ ਉੱਤੇ ਨਹੀਂ ਉੱਡ ਸਕਦੇ। ਉਹ ਚਿੜ ਕੇ ਬੋਲਿਆ। ਦੀਦੀ ਕਿਉਂ ਡੁੱਬ ਗਈ ਸੀ? ਦਰਤਨੀ ਨੇ ਅਚਾਨਕ ਪੁੱਛਿਆ। ਅੱਛਾ ਹੋਇਆ ਮਰ ਗਈ। ਬੰਦੇ ਨੇ ਜਿਉਣਾ ਵੀ ਕਿਹਦੇ ਲਈ ਹੁੰਦਾ, ਪਰ ਉਹਨੂੰ ਡੁੱਬ ਕੇ ਨਹੀਂ ਸੀ ਮਰਨਾ ਚਾਹੀਦਾ। ਪਤਾ ਨਹੀਂ ਕਿੰਨਾ ਕੁ ਚਿਰ ਤੜਫੀ ਹੋਏਗੀ। ਚੰਗਾ ਸੀ ਨੀਂਦ ਦੀਆਂ ਗੋਲੀਆਂ ਖਾ ਲੈਂਦੀ। ਸੁਣਿਆ ਤੁਸੀਂ ਕਮਿਊਨਿਸਟ ਹੋ? ਫੇਰ ਉਹ ਤਾਂ ਮਰਨ ਦੀਆਂ ਨਹੀਂ ਜਿਉਣ ਦੀਆਂ ਗੱਲਾਂ ਕਰਦੇ ਹੁੰਦੇ ਨੇ, ਪਰ ਬੰਦਾ ਜੀਵੇ ਕਾਹਦੇ ਲਈ? ਜਿਉਣ ਲਈ। ਤੂੰ ਇਹਨਾਂ ਗੱਲਾਂ ਨੂੰ ਨਹੀਂ ਸਮਝਦੀ। ਮੈਂ ਤਾਂ ਚਾਹੁੰਦਾ ਤੂੰ ਵੀ ਮਰ ਜਾਏ। ਇਸ ਪਲ 2 ਪਲ ਦੇ ਸਕੂਨ ਨੇ ਮੇਰੇ ਸਾਰੇ ਫੈਸਲਿਆਂ ਨੂੰ ਭੁਲਾ ਦਿੱਤਾ ਹੈ। ਮੈਂ ਜਿਸ ਪਾਸੇ ਵੀ ਕਦਮ ਪੁੱਟਦਾ ਤੂੰ ਅੱਗੇ ਖੜੋ ਜਾਂਦੀ ਹੈ। ਇੱਥੋਂ ਤੱਕ ਕਿ ਮੈਂ ਆਪਣੀ ਮਰਜ਼ੀ ਨਾਲ ਮਰ ਵੀ ਨਹੀਂ ਸਕਦਾ। ਸ਼ਾਇਦ ਮੈਂ ਤੈਨੂੰ ਪਿਆਰ ਕਰਦਾ, ਪਰ ਮੈਂ ਤੇਰੇ ਕੋਲੋਂ ਹਾਰਨਾ ਨਹੀਂ ਚਾਹੁੰਦਾ। ਮੈਂ ਆਮ ਲੋਕਾਂ ਵਾਂਗ ਇੱਕ ਥਾਂ ਬੰਨਿਆ ਨਹੀਂ ਜਾਣਾ ਚਾਹੁੰਦਾ। ਇਹ ਜਿਹੜੀ ਮੇਰੀ ਰੂਹ ਹੈ, ਇਹ ਤਾਂ ਦਰਿਆਵਾਂ ਦੀ ਰੂਹ ਹੈ, ਹਵਾਵਾਂ ਦੀ ਰੂਹ ਹੈ। ਤੂੰ ਇਹਨੂੰ ਕੈਦ ਕਰਨਾ ਚਾਹੁੰਦੀ ਹੈ। ਧਰਤੀ ਕਦੇ ਉੱਡ ਕੇ ਤਾਰਿਆਂ ਦੀ ਦੁਨੀਆ ਤੱਕ ਨਹੀਂ ਜਾ ਸਕਦੀ। ਇਹ ਉਹਦੀ ਮਜਬੂਰੀ ਹੈ। ਆਕਾਸ਼ ਧਰਤੀ ਉੱਤੇ ਨਹੀਂ ਲੈ ਸਕਦਾ। ਇਹ ਉਹਦੀ ਮਜਬੂਰੀ ਹੈ। ਜਿਵੇਂ ਸੁੰਦਰਾਂ ਪੂਰਨ ਨੂੰ ਰੋਕ ਨਹੀਂ ਸੀ ਸਕੀ ਤੇ ਤੂੰ ਵੀ ਮੈਨੂੰ ਰੋਕ ਨਹੀਂ ਸਕੇਂਗੀ। ਉਂਝ ਮੈਂ ਤੇਰਾ ਬੜਾ ਸ਼ੁਕਰਗੁਜ਼ਾਰ ਹਾਂ। ਮੈਂ ਤੈਨੂੰ ਯਾਦ ਰੱਖਾਂਗਾ। ਹਾਂ, ਮੈਂ ਕੋਸ਼ਿਸ਼ ਕਰਾਂਗਾ ਤੇਰੇ ਲਈ ਕੋਈ ਚੰਗਾ ਬੰਦਾ ਲੱਭ ਦਿਆਂ। ਅੱਛਾ, ਮੈਂ ਜਾਣਾ। ਆਖੋ ਤੁਰ ਗਿਆ। ਸਾਰੀ ਰਾਤ ਦਰਤਨੀ ਸੌ ਨਹੀਂ ਸਕੀ। ਅਗਲੇ ਦਿਨ ਵੀ ਉਹ ਹਸਪਤਾਲ ਨਹੀਂ ਗਈ। ਉਸ ਤੋਂ ਅਗਲੀ ਰਾਤ ਵੀ ਉਹਨੂੰ ਨੀਂਦ ਨਹੀਂ ਆਈ। ਉਧਰ ਉਹ ਵੀ ਨਹੀਂ ਸੁੱਤਾ। ਦਰਤਨੀ ਦੇ ਮਨ ਉੱਤੇ, ਜਿਹਦਾ ਨਾਂ ਆਕਾਸ਼ ਸੀ, ਬਹੁਤ ਸੋਚਦਾ ਰਿਹਾ। ਉਹਨੂੰ ਖਿਆਲ ਆਇਆ, ਹਮੇਸ਼ਾ ਤੋਂ ਤਾਂ ਮੈਂ ਉਹ ਨਹੀਂ ਸੀ। ਜਦੋਂ ਮਾਂ ਮਰੀ ਬਹੁਤ ਰੋਇਆ ਸੀ, ਬਹੁਤ ਦਿਨ ਰੋਇਆ। ਇੱਥੋਂ ਤੱਕ ਕਿ ਇੱਕ ਦਿਨ ਫਾਦਰ ਸਾਹਿਬ ਨੇ ਖਿੱਚ ਕੇ ਕਿਹਾ, ਤੇਰਾ ਰੋਣ ਮੈਨੂੰ ਲੈ ਕੇ ਹਟੇਗਾ, ਤੇ ਉਸੇ ਦਿਨ ਉਹ ਘਰੋਂ ਆ ਗਿਆ ਸੀ। ਆ ਤਾਂ ਗਿਆ ਸੀ, ਪਰ ਹੁਣ ਜਾਵੇ ਕਿੱਥੇ? ਉਹਨੂੰ ਸਮਝ ਨਹੀਂ ਸੀ ਲੱਗ ਰਹੀ। ਪਰ ਇੱਕ ਗੱਲ ਠੀਕ ਸੀ, ਹੁਣ ਉਹਨੂੰ ਇਹ ਫਿਕਰ ਨਹੀਂ ਸੀ ਰਿਹਾ ਕਿ ਘਰ ਮਾਂ ਉਡੀਕਦੀ ਹੋਏਗੀ। ਸੋਚਿਆ ਸਭ ਕੁਝ ਛੱਡਾ ਕੇ ਕਲਕੱਤੇ ਚਲਾ ਜਾਵੇ। ਉਹਨੇ ਸੁਣਿਆ ਸੀ ਕਿ ਉੱਥੇ ਕੁਝ ਲੋਕ ਹਨ ਜੋ ਪਤਾ ਨਹੀਂ ਕਿਹੋ ਜਿਹੇ ਲੋਕ ਹਨ, ਜੋ ਜਾਣਦੇ ਹਨ ਕਿ ਬੰਦੇ ਨੂੰ ਜ਼ਿੰਦਗੀ 'ਚ ਕੀ ਕਰਨਾ ਚਾਹੀਦਾ ਹੈ। ਇਹ ਉਹਨਾਂ ਨੂੰ ਮਿਲਿਆ ਸੀ। ਬੜਾ ਕੁਝ ਜਾਣਦੇ ਸੀ, ਉਹ ਬੜਾ ਕੁਝ ਸਮਝਦੇ ਸੀ। ਠੀਕ ਹੀ ਇਹ ਚੰਗੇ ਬੰਦੇ ਹੋਣੇ ਨੇ ਜਿਹੜੇ ਦੂਜਿਆਂ ਲਈ ਇੰਨਾ ਸੋਚਦੇ ਨੇ। ਇਹਨੇ ਵੀ ਹਿੰਮਤ ਕੀਤੀ ਤੇ ਉਹਨਾਂ ਦੇ ਦੱਸੇ ਰਾਹ ਉੱਤੇ ਤੁਰਨ ਲੱਗਿਆ। ਜਿਸ ਧਜ ਸੇ ਕੋਈ ਮਕਤਲ में गया वो शान सलामत रहती है। जान की तो कोई बात नहीं, जान तो आनी जानी है। ਇਹ ਲਿਖ ਕੇ ਉਹਨੇ ਆਪਣੇ ਕਮਰੇ 'ਚ ਲਗਾ ਰੱਖਿਆ ਸੀ। ਫਿਰ ਪਰਖ ਦਾ ਵੇਲਾ ਆਇਆ। ਇੱਕ ਪੁਲ ਉਡਾ ਦੇਣ ਦਾ ਹੁਕਮ ਹੋਇਆ। ਹੁਕਮ ਦਾ ਬੱਦਾ ਉਹ ਤੁਰ ਤਾਂ ਪਿਆ, ਪਰ ਰਾਹ 'ਚ ਉਹ ਸੋਚਦਾ ਰਿਹਾ, ਨਾ ਜਾਣੇ ਉਸ ਗੱਡੀ 'ਚ ਕੌਣ ਜਾ ਰਿਹਾ ਹੋਏਗਾ ਜਿਹੜੀ ਪੁਲ ਦੇ ਨਸ਼ਟ ਹੋ ਜਾਣ ਤੇ ਦਰਿਆ 'ਚ ਡਿੱਗੇਗੀ। ਉਸ ਦਿਨ ਉਹਨਾਂ ਵਿੱਚੋਂ ਕੋਈ ਘਰ ਨਹੀਂ ਪਰਤਿਆ। ਉਹਨੂੰ ਦੱਸਿਆ ਗਿਆ ਸੀ, ਸਮਝਾਇਆ ਗਿਆ ਸੀ ਕਿ ਡਾਕਟਰ ਟੀਕਾ ਲਾਉਣ ਦਾ ਦੁੱਖ ਦੇ ਕੇ ਮਰੀਜ਼ ਨੂੰ ਰਾਜ਼ੀ ਕਰਦਾ ਹੈ, ਪਰ ਇਸ ਵੇਲੇ ਉਹਨੂੰ ਲੱਗਿਆ ਅੱਜ ਜਦੋਂ ਉਹਨਾਂ 'ਚੋਂ ਕੋਈ ਵੀ ਘਰ ਨਹੀਂ ਪਰਤਿਆ ਤੇ ਉਹਦੇ ਹੱਥ ਕੰਬ ਗਏ। ਉਹਨੂੰ ਖਿਆਲ ਆਉਂਦਾ ਰਿਹਾ, ਉਸ ਗੱਡੀ 'ਚ ਸ਼ਰਤ ਚੰਦਰ ਦੇ ਸ਼੍ਰੀਕਾਂਤ ਵਰਗਾ ਵੀ ਤੇ ਕੋਈ ਕਿਧਰੇ ਜਾ ਰਿਹਾ ਹੋ ਸਕਦਾ ਹੈ। ਰਾਜ ਲਕਸ਼ਮੀ ਤੇ ਕਮਲ ਲਤਾ ਵਰਗੀ ਕਿਸੇ ਨੂੰ ਭਲਾ ਉਹ ਕਿਵੇਂ ਨਸ਼ਟ ਕਰ ਸਕਦਾ ਸੀ? ਨਹੀਂ, ਐਡਾ ਪਾਪ ਉਹ ਨਹੀਂ ਸੀ ਕਰ ਸਕਦਾ, ਕਿਸੇ ਪੁੰਨ ਲਈ ਵੀ ਨਹੀਂ। ਉਹ ਬੰਬ ਦਰਿਆ 'ਚ ਰੋੜ ਵਾਪਸ ਗੱਡੀ ਚੜ੍ਹ ਪਿਆ। ਵਾਪਸ ਘਰ ਨੂੰ ਗਏ ਤਾਂ ਫਾਦਰ ਸਾਹਿਬ ਨੇ ਇੰਨਾ ਹੀ ਆਖਿਆ, ਆ ਗਿਆ ਨਲਾਇਕ। ਮਾਂ ਜਿਉਂਦੀ ਇਉਂ ਕਰਦਾ ਤਾਂ ਸੀ ਨਾ। ਉਹ ਚੁੱਪ ਕੀਤਾ ਰਿਹਾ। ਹਾਂ, ਮਾਂ ਜਿਉਂਦੀ ਹੁੰਦੀ ਤਾਂ ਉਹ ਇੰਜ ਨਹੀਂ ਸੀ ਕਰ ਸਕਦਾ। ਹੁਣ ਕੀ ਕਰਨਾ ਹੈ? ਫਾਦਰ ਸਾਹਿਬ ਨੇ ਪੁੱਛਿਆ।
ਐਮਏ ਕਰਾਂਗਾ। ਜਵਾਬ ਨਾਲ ਉਹ ਖੁਸ਼ ਨਹੀਂ ਸੀ ਹੋਏ। ਉਹ ਚਾਹੁੰਦੇ ਸੀ LLB ਕਰੇ ਤੇ ਵਕੀਲ ਬਣੇ। ਉਹਨਾਂ ਦਾ ਖਿਆਲ ਸੀ ਵਕੀਲਾਂ ਦੀ ਲੋੜ ਦੁਨੀਆ 'ਚ ਦਿਨ ਪਰ ਦਿਨ ਵੱਧਦੀ ਜਾਣੀ ਹੈ। ਬੰਦੇ ਨੂੰ ਹਵਾ ਦਾ ਰੁਖ ਪਹਿਚਾਨਣਾ ਚਾਹੀਦਾ ਹੈ। ਇਹ ਸਭ ਕੁਝ ਉਹ ਆਪਣੇ ਤਜਰਬੇ ਤੋਂ ਆਖਦੇ ਸਨ ਕਿ ਆਦਰਸ਼ਵਾਦੀ ਬਣ ਕੇ ਉਹਨਾਂ ਕੀ ਖੱਟਿਆ। ਉਹਨਾਂ ਦੇ ਨਾਲਦਿਆਂ ਨੇ ਕੀ ਤੋਂ ਕੀ ਨਹੀਂ ਬਣਾ ਲਿਆ। ਪਰ ਜਵਾਨ ਪੁੱਤਰ ਨੂੰ ਉਹ ਕਿਵੇਂ ਸਭ ਕੁਝ ਸਮਝਾਉਣ, ਆਪਣਾ ਦੁੱਖ ਕਿਵੇਂ ਦੱਸਣ। ਉਹਨਾਂ ਨੂੰ ਸਮਝ ਨਹੀਂ ਸੀ ਲੱਗਦੀ। ਜਿਹੜਾ ਆਖਦਾ ਸੀ ਫਰਜ਼ ਕਰੋ ਪਾਪਾ ਬਹੁਤ ਅਮੀਰ ਹੋ ਜਾਈਏ, ਆਪਣੇ ਕੋਲ ਕਾਰਾਂ ਕੋਠੀਆਂ ਹੋਣ, ਨੌਕਰ ਚਾਕਰ ਹੋਣ, ਫਿਰ ਕੀ ਹੋ ਜਾਏਗਾ। ਜਦ ਫਰਜ਼ ਕਰੋ ਮੈਂ IAS ਅਫਸਰ ਬਣ ਜਾਵਾਂ ਤਾਂ ਕੀ ਹੈ। ਇਸ ਤਾਂ ਕੀ ਹੈ ਤੋਂ ਅੱਗੇ ਫਾਦਰ ਸਾਹਿਬ ਨਹੀਂ ਸੋਚ ਸਕਦੇ। ਇਹ ਸਭ ਕਸੂਰ ਮਾਂ ਦਾ ਸੀ। ਉਹ ਜਿਹੜੇ ਬੰਗਾਲੀ ਨਾਵਲ ਪੜ੍ਹਦੀ ਰਹਿੰਦੀ ਸੀ ਉਹ ਸਭ ਉਹਦੇ ਖੂਨ 'ਚ ਰਚ ਗਏ ਸਨ। ਉੱਥੋਂ ਹੀ ਉਹਦੇ ਬੱਚਿਆਂ ਵਿੱਚ ਚਲੇ ਗਏ। ਉਹ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਆਪਣੇ ਬੱਚਿਆਂ ਨਾਲ ਕਰਦੀ ਰਹਿੰਦੀ ਸੀ, ਉਹਨਾਂ ਨੂੰ ਸੁਣ ਕੇ ਕੋਈ ਹਮੇਸ਼ਾ ਹੀ ਸੁੱਤਾ ਕਿਵੇਂ ਰਹਿ ਸਕਦਾ ਸੀ। ਦੀਦੀ ਵੀ ਸ਼ਾਇਦ ਡੁੱਬ ਕੇ ਨਾ ਮਰਦੀ ਜੇ ਉਹ ਕਿਸੇ ਹੋਰ ਮਾਂ ਦੀ ਧੀ ਹੁੰਦੀ। ਉਸ ਮਾਂ ਦੀ ਜਿਹਨੇ ਕਦੇ ਇਹ ਨਾ ਦੱਸਿਆ ਹੁੰਦਾ ਕਿ ਚੜ੍ਹਦੇ ਸੂਰਜ ਨੂੰ ਵੀ ਪ੍ਰਣਾਮ ਕਰੀਦਾ, ਛਿਪਦੇ ਸੂਰਜ ਨੂੰ ਵੀ। ਲੰਘਦੇ ਬੱਦਲ ਜਿਹਨੂੰ ਕੋਈ ਸੁਨੇਹਾ ਨਹੀਂ ਦੇ ਕੇ ਜਾਂਦੇ, ਉਹਦਾ ਜੀਣਾ ਵੀ ਕੀ ਜੀਣਾ ਹੈ। ਇੱਕ ਰੂਹਾਂ ਦੀ ਜਾਨ ਹੁੰਦੀ ਹੈ, ਇੱਕ ਜਿਸਮਾਂ ਦੀ। ਇੱਕ ਵੇਲੇ ਸ਼ਾਇਦ ਦੀਦੀ ਨੂੰ ਇਹ ਲੱਗਿਆ ਸੀ ਕਿ ਜਿਸਮਾਂ ਦੀ ਜੂਨ ਉਹ ਨਹੀਂ ਜਿਉਂ ਸਕਦੀ ਤੇ ਉਹ ਡੁੱਬ ਕੇ ਮਰ ਗਈ ਸੀ। ਮਾਂ ਉਹਦੇ ਡੁੱਬ ਕੇ ਮਰਨ ਤੇ ਰੋਈ ਤਾਂ ਸੀ, ਪਰ ਇੰਨਾ ਨਹੀਂ ਸੀ ਰੋਈ ਜਿੰਨਾ ਕਿਸੇ ਮਾਂ ਨੂੰ ਰੋਣਾ ਚਾਹੀਦਾ ਸੀ। ਪਤਾ ਨਹੀਂ ਕਿਉਂ। ਫਿਰ ਉਹਨੇ MA ਕੀਤੀ ਅੰਗਰੇਜ਼ੀ। ਉਹਨੂੰ ਲੱਗਿਆ ਜਿਸ ਹਨੇਰੇ ਕਮਰੇ 'ਚੋਂ ਖੜੋਤਾ ਸੀ ਉਸ 'ਚ ਅਚਾਨਕ ਕਿੰਨੀਆਂ ਖਿੜਕੀਆਂ ਬਾਹਰ ਵੱਲ ਨੂੰ ਖੁੱਲ੍ਹ ਗਈਆਂ ਸੀ। ਉਹਨਾਂ ਵਿੱਚੋਂ ਸਾਰਾ ਸੰਸਾਰ ਦਿਸਦਾ ਸੀ, ਅਸਮਾਨ ਵੀ ਦਿਸਦਾ ਸੀ, ਤਾਰੇ ਵੀ ਦਿਸਦੇ ਸੀ। ਫਿਰ ਵੀ ਉਹਨੂੰ ਬਹੁਤ ਵਾਰੀ ਬੰਗਾਲ ਦੇ ਉਹ ਲੋਕ ਯਾਦ ਆ ਗਏ ਜਿਨ੍ਹਾਂ ਨੂੰ ਉਹ ਦੂਰ ਕਿਧਰੇ ਛੱਡ ਆਇਆ ਸੀ। ਉਹਨੂੰ ਲੱਗਦਾ ਸੀ ਸ਼ਾਇਦ ਉਹ ਠੀਕ ਹੀ ਸਨ, ਕਦੇ ਲੱਗਦਾ ਸ਼ਾਇਦ ਉਹ ਠੀਕ ਨਹੀਂ ਸਨ। ਪਰ ਸਹਿਮਤੀ ਅਸਹਿਮਤੀ ਰਾਹ ਬਾਰੇ ਹੋ ਸਕਦੀ ਹੈ, ਮੰਜ਼ਿਲ ਬਾਰੇ ਨਹੀਂ। ਕਈ ਵਾਰੀ ਉਹਦਾ ਚਿੱਤ ਕਰਦਾ ਇਸ ਦੇਹ ਦਾ ਉਹ ਕੁਝ ਕਰੇ, ਇਸ ਜ਼ਿੰਦਗੀ ਨੂੰ ਕਿਸੇ ਤਾਂ ਲੇਖੇ ਲਾਵੇ। ਵਕਤ ਤਾਂ ਲੰਘਦਾ ਜਾ ਰਿਹਾ ਸੀ, ਔਧ ਤਾਂ ਮੁੱਕਦੀ ਜਾ ਰਹੀ ਸੀ। ਇਸ ਮੌਕੇ ਉਹਦੀ ਜ਼ਿੰਦਗੀ 'ਚ ਆ ਗਈ ਜੋ ਹੁਣ ਕਿਸੇ ਵੱਡੇ ਅਫਸਰ ਦੇ ਘਰ ਵਾਲੀ ਸੀ। ਉਸ ਵੱਲ ਤੱਕਦਾ ਉਹ ਜਗ ਜਹਾਨ ਭੁੱਲ ਗਿਆ ਸੀ। ਉਹਨੂੰ ਲੱਗਦਾ ਉਹਦੀ ਜ਼ਿੰਦਗੀ ਦੀ ਕਵਿਤਾ ਹੈ। ਉਹਨੇ ਸੋਚਿਆ ਇਹਦੇ ਨਾਲ ਮੈਂ ਇੱਕ ਵਾਰੀ ਫਿਰ ਬੰਗਾਲ ਜਾਵਾਂਗਾ। ਇਕੱਲਿਆਂ ਸ਼ਾਇਦ ਮੇਰੇ 'ਚ ਇੰਨਾ ਦਮ ਨਹੀਂ ਸੀ। ਤੇ ਫਿਰ ਇੱਕ ਦਿਨ ਉਸ ਕੁੜੀ ਦੇ ਘਰਦਿਆਂ ਨੇ ਉਹਦਾ ਅੱਗਾ ਪਿੱਛਾ ਪੜਤਾਲਿਆ, ਜ਼ਮੀਨ ਜਾਇਦਾਦ ਦਾ ਪਤਾ ਕੀਤਾ ਤੇ ਆਪਣੀ ਕੁੜੀ ਕਿਸੇ ਅਫਸਰ ਨਾਲ ਵਿਆਹ ਦਿੱਤੀ। ਵਿਆਹ ਦਾ ਕਾਰਡ ਉਹਨੂੰ ਵੀ ਆਇਆ, ਇਹਨੇ ਸ਼ਗਨ ਭੇਜ ਦਿੱਤਾ। ਦੋਸਤ ਮਿੱਤਰ ਬਥੇਰਾ ਆਖਦੇ ਵੀ ਭਲਾ ਕੋਈ ਗੱਲ ਹੈ ਉਦਾਸ ਹੋਣ ਵਾਲੀ। ਕੁੜੀ ਅਸੀਂ ਤੈਨੂੰ ਇਹ ਤੋਂ 1000 ਦਰਜੇ ਚੰਗੀ ਲੱਭ ਦਿਆਂਗੇ। ਉਸ ਪਿੱਛੇ ਕੀ ਉਦਾਸ ਹੋਣਾ ਜਿਸ 'ਚ ਇੰਨੀ ਵੀ ਜੁਰਤ ਨਹੀਂ ਕਿ ਕਹਿ ਸਕੇ ਉਹਨੂੰ ਕੀ ਪਸੰਦ ਹੈ ਤੇ ਕੀ ਨਹੀਂ ਪਸੰਦ। ਇਹਦੀ ਵੀ ਕੀ ਗੱਲ ਹੋਈ ਕਿ ਜਿਹਦੇ ਹੱਥ ਰੱਸਾ ਫੜਾਇਆ ਤੁਰ ਗਈ ਤੇ ਤੂੰ ਅਜਿਹੀ ਕੁੜੀ ਲਈ ਉਦਾਸ ਹੈ। ਉਹ ਆਖਣਾ ਚਾਹੁੰਦਾ ਕਿ ਇਹ ਗੱਲ ਨਹੀਂ, ਤੁਹਾਨੂੰ ਕੀ ਪਤਾ ਕਿ ਮੈਂ ਕਿਸ ਗੱਲੋਂ ਉਦਾਸ ਹਾਂ। ਉਹ ਆਪ ਵੀ ਸੋਚਦਾ ਇਹ ਵੀ ਕੀ ਉਦਾਸ ਹੋਣ ਵਾਲੀ ਗੱਲ ਹੋਈ। ਫਿਰ ਵੀ ਉਹ ਉਦਾਸ ਸੀ, ਨਾ ਜਾਣੇ ਕਿਉਂ। ਉਹਨੂੰ ਲੱਗਦਾ ਆਖਰ ਮੈਂ ਕਿਸ ਲਈ ਜਿਉਣਾ, ਮੈਂ ਮਰ ਵੀ ਜਾਵਾਂ ਤਾਂ ਕਿਸ ਨੂੰ ਫਰਕ ਪੈਣਾ ਹੈ। ਤੇ ਇੱਕ ਦਿਨ ਫਾਦਰ ਸਾਹਿਬ ਦਾ ਖਤ ਆਇਆ ਕਿ ਉਹਦੀ ਸ਼ਾਦੀ ਆਪਣੇ ਮਿੱਤਰ ਸ਼ਿਵ ਸਿੰਘ ਦੀ ਲੜਕੀ ਨਾਲ ਤੈਅ ਕਰ ਦਿੱਤੀ ਹੈ। ਸ਼ਿਵ ਸਿੰਘ ਚੰਗਾ ਤਕੜਾ ਆਦਮੀ ਸੀ। ਉਹਨੇ ਸਭ ਕੁਝ ਆਪਣੀਆਂ ਦੋਵਾਂ ਧੀਆਂ ਨੂੰ ਹੀ ਦੇਣਾ ਸੀ ਤੇ ਉਹਦਾ ਲੜਕਾ ਜੇ ਕੋਈ ਨਹੀਂ ਸੀ ਤੇ ਉਹ ਚਾਹੁੰਦਾ ਸੀ ਉਹਨੂੰ ਅਜਿਹਾ ਲੜਕਾ ਮਿਲੇ ਜਿਹੜਾ ਜਵਾਈ ਵੀ ਹੋਵੇ ਤੇ ਪੁੱਤਰ ਵੀ ਹੋਵੇ। ਫਾਦਰ ਸਾਹਿਬ ਦਾ ਫੈਸਲਾ ਭਾਵੇਂ ਸਿਆਣਾ ਫੈਸਲਾ ਸੀ, ਪਰ ਉਹਨੂੰ ਦਰਤਨੀ ਦੇ ਮਨ 'ਚ ਜਿਹਦਾ ਨਾਮ ਆਕਾਸ਼ ਸੀ ਲੱਗਿਆ ਇਹ ਉਹਦੀ ਤੋਹੀਨ ਕੀਤੀ ਗਈ ਹੈ। ਵਿਆਹ ਉਹਦਾ ਹੋਣਾ ਹੈ, ਫੈਸਲਾ ਫਾਦਰ ਸਾਹਿਬ ਕਰ ਰਹੇ ਹੈ। ਉਹ ਤੋਂ ਪੁੱਛਿਆ ਵੀ ਨਹੀਂ ਗਿਆ ਤੇ ਫੈਸਲਾ ਵੀ ਕਰ ਦਿੱਤਾ ਗਿਆ ਕਿ ਉਹ ਬਸ ਇੰਨੇ ਜੋਗਾ ਹੀ ਰਹਿ ਗਿਆ ਕਿ ਇੱਕ ਬੀਵੀ ਲੈ ਆਵੇ, ਫਿਰ ਬੱਚੇ ਹੋ ਜਾਣ, ਉਹਨਾਂ ਨੂੰ ਪਾਲਦਾ ਪੜ੍ਹਾਉਂਦਾ ਬੁੱਢਾ ਹੋ ਜਾਏ, ਫਿਰ ਮਰ ਜਾਏ। ਨਹੀਂ, ਇਹ ਮੈਥੋਂ ਨਹੀਂ ਹੋ ਸਕਣਾ। ਤੇ ਫਿਰ ਪਤਾ ਨਹੀਂ ਉਹ ਕੁੜੀ ਕੌਣ ਹੈ, ਕਿਹੋ ਜਿਹੀ ਹੈ। ਉਹਨੂੰ ਇਸ ਗੱਲ ਦੀ ਸਮਝ ਵੀ ਹੈ ਕਿ ਨਹੀਂ ਕਿ ਚੜ੍ਹਦੇ ਸੂਰਜ ਨੂੰ ਵੀ ਨਮਸਕਾਰ ਕਰੀਦੀ ਹੈ ਤੇ ਛਿਪਦੇ ਸੂਰਜ ਨੂੰ ਵੀ। ਤੇ ਲੰਘਦੇ ਬੱਦਲ ਜਿਹਨੂੰ ਕੋਈ ਸੁਨੇਹਾ ਨਹੀਂ ਦੇ ਕੇ ਜਾਂਦੇ, ਉਹਦਾ ਜੀਣਾ ਵੀ ਕੀ ਜੀਣਾ ਹੈ। ਇੱਕ ਰੂਹਾਂ ਦੀ ਜਾਨ ਹੁੰਦੀ ਹੈ, ਇੱਕ ਜਿਸਮਾਂ ਦੀ। ਜੇ ਉਹਨੂੰ ਸਭ ਕਾਸੇ ਦਾ ਪਤਾ ਨਹੀਂ, ਫਿਰ ਮੈਂ ਕਿਵੇਂ ਉਸ ਨਾਲ ਰਹਿ ਸਕਦਾ। ਬਹੁਤੀਆਂ ਕੁੜੀਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਸਿਰਫ ਪਤਾ ਹੁੰਦਾ ਹੈ ਕਿ ਉਹਨਾਂ ਦੇ ਆਦਮੀ ਦੀ ਤਨਖਾਹ ਕਿੰਨੀ ਹੈ ਤੇ ਬਸ। ਪਰ ਤਨਖਾਹ ਤਾਂ ਉਹਨੂੰ ਆਪ ਨੂੰ ਵੀ ਕਦੇ ਯਾਦ ਨਹੀਂ ਸੀ ਰਹੀ। ਬਸ ਇੰਨਾ ਹੀ ਯਾਦ ਸੀ ਕਿ ਹੋਟਲ ਦਾ ਬਿੱਲ ਦੇ ਕੇ, ਮਕਾਨ ਦਾ ਕਿਰਾਇਆ ਦੇ ਕੇ, ਬਿਜਲੀ ਪਾਣੀ ਧੋਬੀ ਦੇ ਦੁੱਧ ਦਾ ਬਿੱਲ ਦੇ ਕੇ ਉਸ ਕੋਲ 4 ਬੋਤਲਾਂ ਦੇ ਪੈਸੇ ਬਚਦੇ ਹੁੰਦੇ ਸੀ।
ਇਹ 4 ਬੋਤਲਾਂ ਉਹ ਮਹੀਨੇ ਦੇ ਪਹਿਲੇ 10 ਦਿਨਾਂ ਵਿੱਚ ਪੀ ਲੈਂਦਾ ਸੀ ਤੇ ਬਾਕੀ ਦੇ 20 ਦਿਨ ਉਹਨਾਂ 10 ਦਿਨਾਂ ਨੂੰ ਉਡੀਕਦਾ ਰਹਿੰਦਾ ਸੀ। ਇਸ ਪੀਣ ਦੀ ਵੀ ਅਜੀਬ ਕਹਾਣੀ ਹੈ। ਉਹ ਸ਼ੌਕ ਨੂੰ ਨਹੀਂ ਪੀਂਦਾ, ਬਸ ਪੀ ਲੈਂਦਾ ਹੈ। ਪੀ ਕੇ ਕੁਝ ਵੀ ਯਾਦ ਨਹੀਂ ਰਹਿੰਦਾ, ਇਸ ਲਈ ਉਹਨੂੰ ਕਈ ਵਾਰ ਡਾਕਟਰਾਂ ਨੇ ਕਿਹਾ ਵੀ ਹੈ ਇਹ ਤੇਰੇ ਲਈ ਖਤਰਨਾਕ ਹੈ, ਪਰ ਹੁਣ ਉਹਨੂੰ ਕਿਸੇ ਖਤਰੇ ਦੀ ਪਰਵਾਹ ਨਹੀਂ। ਵੱਧ ਤੋਂ ਵੱਧ ਮਾਰੀ ਜਾਏਗਾ ਤੇ ਜਿਉਂ ਕੇ ਵੀ ਕੀ ਕਰ ਰਿਹਾ ਉਹ ਸੋਚਦਾ। ਸੋਚ ਕੇ ਉਹਨੇ ਫਾਦਰ ਸਾਹਿਬ ਨੂੰ ਲਿਖ ਭੇਜਿਆ ਕਿ ਮੈਂ ਵਿਆਹ ਨਹੀਂ ਕਰਨਾ, ਤੁਸੀਂ ਮੇਰੇ ਬਾਰੇ ਇਹੋ ਜਿਹੀ ਫਿਕਰ ਛੱਡ ਦਿਓ। ਫਾਦਰ ਸਾਹਿਬ ਅੱਗ ਬਬੂਲਾ ਹੋਏ, ਉਹਦੇ ਸ਼ਹਿਰ ਪਹੁੰਚੇ। ਤੂੰ ਮੇਰੀ ਕਿਉਂ ਇਉਂ ਬੇਇੱਜ਼ਤੀ ਕਰਵਾਏਂਗਾ? ਮੈਂ ਭਲੇ ਮਾਨਸ ਨੂੰ ਜ਼ਬਾਨ ਦੇ ਬੈਠਾ। ਉਹ ਕੁਝ ਚਿਰ ਚੁੱਪ ਕਰਕੇ ਸੁਣਦਾ ਰਿਹਾ, ਫਿਰ ਬੋਲਿਆ, ਤੁਸੀਂ ਸਮਝ ਲਓ ਮਾਂ ਤੇ ਦੀਦੀ ਵਾਂਗ ਮੈਂ ਵੀ ਮਰ ਗਿਆ। ਮਰ ਜਾਂਦਾ ਤਾਂ ਚੰਗਾ ਸੀ, ਲੋਕ ਮੇਰੇ ਨਾਲ ਹਮਦਰਦੀ ਕਰਦੇ, ਪਰ ਅੱਜ ਤੈਨੂੰ ਇੱਕ ਟੁੱਕ ਫੈਸਲਾ ਕਰਨਾ ਪਏਗਾ। ਜਾਂ ਮੇਰੀ ਗੱਲ ਮੰਨ ਕੇ ਸ਼ਿਵ ਸਿੰਘ ਦੀ ਧੀ ਨਾਲ ਵਿਆਹ ਕਰਨਾ ਪਏਗਾ, ਜਾਂ ਫਿਰ ਮੇਰਾ ਪੁੱਤ ਨਹੀਂ ਰਹੇਗਾ। ਕੁੜੀ 'ਚ ਕੋਈ ਨੁਕਸ ਹੋਵੇ ਤਾਂ ਵੀ ਹੈ, ਪਰ ਉਹਨੇ ਫੈਸਲਾ ਕਰ ਦਿੱਤਾ ਕੋਈ ਸ਼ਿਵ ਸਿੰਘ ਦੀ ਧੀ ਨਾਲ ਵਿਆਹ ਨਹੀਂ ਕਰਵਾਏਗਾ। ਇਹ ਤੋਂ ਪਿੱਛੋਂ ਫਾਦਰ ਨੇ ਉਹਨੂੰ ਸਭ ਕਾਸੇ ਤੋਂ ਬੇਦਖਲ ਕਰ ਦਿੱਤਾ, ਜਿਸ ਸਭ ਕਾਸੇ 'ਚ ਪਹਿਲਾਂ ਹੀ ਉਹਨੂੰ ਕੋਈ ਦਿਲਚਸਪੀ ਨਹੀਂ ਸੀ। ਬਸ ਉਹਨੂੰ ਕਦੇ-ਕਦੇ ਇਹੀ ਖਿਆਲ ਆਉਂਦਾ, ਇਹ ਰਿਸ਼ਤੇ ਨਾਤੇ, ਇਹ ਦੁਨੀਆਦਾਰੀ, ਇਹ ਮਾਂ ਪਿਓ, ਪਿਆਰ ਮੁਹੱਬਤ ਆਖਿਰ ਹੈ ਕੀ ਚੀਜ਼। ਤੇ ਉਹਨੂੰ ਬੰਗਾਲ ਵਾਲੇ ਉਹ ਬੰਦੇ ਯਾਦ ਆਉਂਦੇ ਜਿਹੜੇ ਸਭ ਕਾਸੇ ਤੋਂ ਪਾਰ ਲੰਘ ਕੇ ਜਿਉਂ ਰਹੇ ਸੀ ਤੇ ਉਹ ਜਿਹਨਾਂ ਵਾਂਗ ਚਾਹੁੰਦਾ ਹੋਇਆ ਵੀ ਜਿਉਂ ਨਹੀਂ ਸੀ ਸਕਿਆ। ਤੇ ਉਹਨੂੰ ਤਾਂ ਕਦੇ-ਕਦੇ ਇਹ ਵੀ ਸ਼ੱਕ ਹੁੰਦਾ ਕਿ ਉਹ ਜਿਉਂ ਵੀ ਰਿਹਾ ਕਿ ਨਹੀਂ, ਕਿਤੇ ਮਰੀ ਤਾਂ ਨਹੀਂ ਗਿਆ। ਤੇ ਇਸ ਦੌਰਾਨ ਉਹਦੀ ਜ਼ਿੰਦਗੀ 'ਚ ਆ ਗਈ ਦਰਤਨੀ। ਹੁਣ ਤੱਕ ਉਹਨੇ ਜੋ ਜਾਣਿਆ ਸਮਝਿਆ ਸੀ ਸਭ ਕੁਝ ਉਲਟ ਪੁਲਟ ਹੁੰਦਾ ਜਾ ਰਿਹਾ ਸੀ। ਉਹਦੇ ਅੰਦਰੋਂ ਹਰ ਚੀਜ਼ ਲਈ ਮੋਹ ਜਾਗ ਪਿਆ ਸੀ, ਇੱਥੋਂ ਤੱਕ ਕਿ ਆਪਣੇ ਫਾਦਰ ਸਾਹਿਬ ਉੱਤੇ ਵੀ ਹੁਣ ਗੁੱਸਾ ਨਹੀਂ ਸੀ ਆਉਂਦਾ। ਉਹਨੂੰ ਲੱਗਦਾ ਸੀ ਕਦੇ-ਕਦੇ ਮੌਸਮ ਕਿੱਡਾ ਖੂਬਸੂਰਤ ਹੁੰਦਾ ਹੈ। ਉਹਨੇ ਸੋਚਿਆ ਕਮਾਲ ਦੀ ਗੱਲ ਹੈ, ਮਹੀਨੇ ਦੇ ਪਹਿਲੇ ਦਿਨਾਂ 'ਚ ਹੀ ਹੁਣ ਉਹਨੂੰ ਸ਼ਰਾਬ ਦੀ ਲੋੜ ਮਹਿਸੂਸ ਨਹੀਂ ਹੋਈ। ਦਰਤਨੀ ਹੱਸਦੀ ਕਿੱਡੀ ਵਧੀਆ ਲੱਗਦੀ ਹੈ, ਬੇਵਕੂਫ ਜੀ। ਕਮਾਲ ਦੀ ਗੱਲ ਹੈ, ਉਹ ਰੋਣ ਵਾਲੀ ਗੱਲ ਉੱਤੇ ਵੀ ਹੱਸ ਸਕਦੀ ਹੈ। ਜੇ ਹਸਪਤਾਲ 'ਚੋਂ ਮੇਰਾ ਐਡਾ ਖਿਆਲ ਨਾ ਰੱਖਦੀ, ਖਬਰੇ ਮੈਂ ਮਰ ਹੀ ਜਾਂਦਾ, ਪਰ ਖਬਰੇ ਉਹ ਸਾਰੇ ਲੋਕਾਂ ਦਾ ਐਡਾ ਖਿਆਲ ਰੱਖਦੀ ਹੋਵੇ। ਸਾਰੀ ਰਾਤ ਉਹਦੀ ਇਹਨਾਂ ਹੀ ਖਿਆਲਾਂ 'ਚ ਲੰਘੀ। ਉਹ ਬਹੁਤ ਸੋਚਦਾ ਰਿਹਾ ਇਹ ਸਭ ਕੀ ਹੈ, ਇਹ ਦਰਤਨੀ ਮੇਰੀ ਕੌਣ ਹੈ, ਫਿਰ ਕਿਉਂ ਲੱਗਦਾ ਹੈ ਕਿ ਜਿਵੇਂ ਉਹ ਮੇਰੀ ਕੋਈ ਹੈ। ਇਹ ਮੇਰ ਤੇਰ ਦੀ ਲਕੀਰ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ। ਫਾਦਰ ਸਾਹਿਬ ਵੀ ਤਾਂ ਆਪਣੇ ਸਨ, ਸ਼ਾਇਦ ਆਪਣੇ ਹੀ ਹਨ। ਆਖਰ ਮੈਂ ਕੀ ਚਾਹੁੰਦਾ? ਮੈਂ ਤਾਂ ਸ਼ਾਇਦ ਕੁਝ ਵੀ ਨਹੀਂ ਚਾਹੁੰਦਾ। ਹਾਂ, ਬੰਗਾਲ ਦੇ ਉਹਨਾਂ ਲੋਕਾਂ ਨੂੰ ਇੱਕ ਵਾਰੀ ਮੈਂ ਜ਼ਰੂਰ ਮਿਲਣ ਜਾਵਾਂਗਾ। ਦਰਤਨੀ ਨੂੰ ਵੀ ਆਖਾਂਗਾ ਉਹ ਮੇਰੇ ਨਾਲ ਚੱਲੇ। ਹਸਪਤਾਲ ਤੋਂ ਕੁਝ ਦਿਨਾਂ ਦੀ ਛੁੱਟੀ ਵੀ ਤਾਂ ਲਈ ਜਾ ਸਕਦੀ ਹੈ। ਨਹੀਂ, ਪਰ ਉਹਨੂੰ ਛੁੱਟੀ ਨਹੀਂ ਲੈਣੀ ਚਾਹੀਦੀ। ਕੀ ਪਤਾ ਕਦੋਂ ਕੋਈ ਮੇਰੇ ਵਰਗਾ ਬਿਮਾਰ ਆ ਜਾਏ ਜਿਹਦੇ ਤਪਦੇ ਮੱਥੇ ਤੇ ਠੰਡਾ ਹੱਥ ਰੱਖ ਕੇ ਉਹਨੂੰ ਬਚਾ ਲਿਆ ਸੀ। ਉਹੀ ਸੋਚਦਿਆਂ ਉਹਦੀ ਰਾਤ ਬੀਤੀ। ਤੜਕੇ ਜੇ ਉਹਦੀ ਅੱਖ ਲੱਗੀ, ਸੁਪਨੇ 'ਚ ਉਹਨੂੰ ਉਹਦੀ ਦੀਦੀ ਦਿਸੀ। ਉਹਦਾ ਮਨ ਬੜਾ ਅਧੀਰ ਹੋ ਉੱਠਿਆ। ਉਸ ਘੜੀ ਆਪਣੇ ਮਨ ਨਾਲ ਉਹਨੇ ਕੁਝ ਜ਼ਰੂਰੀ ਫੈਸਲੇ ਕੀਤੇ। ਫੈਸਲੇ ਕਰਨ ਪਿੱਛੋਂ ਉਹਨੂੰ ਲੱਗਿਆ ਉਹ ਹੁਣ ਤੱਕ ਕਿਉਂ ਆਪਣੇ ਆਪ ਤੋਂ ਦੂਰ ਨੱਠਦਾ ਰਿਹਾ ਸੀ। ਉਹਦੇ ਅੰਦਰ ਜਿਹੜਾ ਐਡਾ ਵੱਡਾ ਖਿਆਲ ਸੀ, ਕਿਉਂ ਉਸ ਵਿੱਚ ਝਾਕਣ ਤੋਂ ਡਰਦਾ ਸੀ। ਸਵੇਰੇ ਉੱਠ ਕੇ ਤਿਆਰ ਹੋ ਕੇ ਅੱਜ ਉਹ ਕਾਲਜ ਨਹੀਂ ਗਿਆ, ਦਰਤਨੀ ਦੇ ਸ਼ਹਿਰ ਨੂੰ ਤੁਰ ਪਿਆ। ਅੱਜ ਉਹਨੇ ਦਰਤਨੀ ਨਾਲ ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਨ। ਹੋਰ ਕੋਈ ਸਮਝੇ ਭਾਵੇਂ ਨਾ, ਦਰਤਨੀ ਉਹ ਗੱਲਾਂ ਜ਼ਰੂਰ ਸਮਝ ਲਏਗੀ। ਉਹ ਜਾਣਦਾ ਸੀ ਪਤਾ ਨਹੀਂ ਕਦੋਂ ਤੋਂ ਦਰਤਨੀ ਉਹਨੂੰ ਆਪਣੇ ਆਪ ਦਾ ਹੀ ਇੱਕ ਹਿੱਸਾ ਲੱਗਣ ਲੱਗ ਪਈ ਸੀ। ਫਿਰ ਵੀ ਉਹ ਕੋਈ ਹੋਰ ਸੀ ਤੇ ਉਸੇ ਕਾਰਨ ਉਹਦੇ ਮਨ 'ਚ ਬੜਾ ਕੁਝ ਉਲਟ ਪੁਲਟ ਹੋ ਗਿਆ ਸੀ। ਦਰਤਨੀ ਨੇ ਜਿਵੇਂ ਉਹਨੂੰ ਸੁੱਤੇ ਨੂੰ ਝੂਣ ਕੇ ਜਗਾ ਦਿੱਤਾ ਹੋਵੇ। ਦਰਤਨੀ ਦੇ ਘਰ ਪਹੁੰਚਿਆ ਤਾਂ ਕੁਝ ਲੋਕ ਦਰੀ ਤੇ ਬੈਠੇ ਸਨ। ਉਹ ਵੀ ਉਖੜਿਆ ਬੈਠ ਗਿਆ। ਦਰਤਨੀ ਦੀ ਮਾਂ ਉਹਦੇ ਕੋਲ ਆ ਗਈ। ਹੁਣ ਮੈਨੂੰ ਕੋਈ ਫਿਕਰ ਨਹੀਂ, ਬਸ ਉਸੇ ਦਾ ਫਿਕਰ ਸੀ। ਉਹ ਤੁਰ ਗਈ, ਹੁਣ ਮੈਨੂੰ ਕਾਹਦਾ ਫਿਕਰ ਹੈ। ਦਰਤਨੀ ਦੀ ਮਾਂ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਪੱਥਰ ਵਰਗੀ ਆਵਾਜ਼ 'ਚ ਆਖਿਆ। ਉਹ ਕੁਝ ਬੋਲਿਆ ਨਾ, ਪਰ ਉਹਨੂੰ ਲੱਗਿਆ ਬਸ ਇਉਂ ਹੀ ਮਰ ਜਾਂਦੇ ਨੇ ਲੋਕ, ਇਉਂ ਹੀ ਮਰ ਜਾਂਦੇ ਨੇ। ਧੰਨਵਾਦ।